ਅੰਗਦ ਗੁਰੂ ਅਮਰਦਾਸ ਪਗਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਹਰਗੋਬਿੰਦ ਚੰਦ ਜੀ ਬਿਰਹ ਬਿਧੀ ਚੰਦ ਪਾਏ। ਬਹੁ ਉਦਾਸ ਉਰ ਮੈਂ ਰਹੈਂ ਭੇਵ ਨਾ ਕਛੂ ਜਨਾਏ। ਸ਼੍ਰੀ ਹਰਗੋਬਿੰਦ ਚੰਦ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਭਨਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਈਮਾਨ ਗਰੀਬ ਨਵਾਜ ਸਾਹਿਬ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਆਓ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਭਾਦਰੋਂ ਹੈ। ਇੱਕ ਭਾਦਰੋਂ ਸੰਗਰਾਂਦ ਵਾਲਾ ਦਿਨ। ਸਵੇਰੇ ਆਪ ਜੀ ਨੇ ਸ਼੍ਰੀ ਮੁਖ ਵਾਕ ਸ਼ਬਦ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਸਾਧ ਸੰਗਤ ਜੀ ਅੱਜ ਇਤਿਹਾਸਕ ਦਿਹਾੜਾ ਵੀ ਹੈ। ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਸਾਜੀ ਹੋਈ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਮਹਾਂਪੁਰਖਾਂ ਦਾ ਅੱਜ ਸੱਚਖੰਡ ਖਮਣ ਵਾਲਾ ਦਿਹਾੜਾ ਹੈ। ਮਹਾਂਪੁਰਖਾਂ ਦਾ ਸੱਚਖੰਡ ਜਾਣਾ ਆਮ ਹੋਰ ਵੀ ਮਹਾਤਮਾ ਸੰਤ ਜਨ ਭਗਤ ਜਨ ਸਰੀਰ ਤਿਆਗਦੇ ਹਨ, ਪਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਸੱਚਖੰਡ ਜਾਣਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਹਨੂੰ ਬੜੇ ਧਿਆਨ ਨਾਲ ਸਾਧ ਸੰਗਤ ਜੀ ਸਰਵਣ ਕਰਨਾ। ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਸਿੱਖ ਧਰਮ ਦੇ ਪ੍ਰਚਾਰ ਦੇ ਦੌਰਾਨ ਸਾਧ ਸੰਗਤ ਜੀ ਐਕਸੀਡੈਂਟ ਹੋਇਆ। ਜਦੋਂ ਮਹਾਂਪੁਰਖਾਂ ਦਾ ਐਕਸੀਡੈਂਟ ਹੋਇਆ, ਸਰੀਰ ਜਿਹੜਾ ਉਹ ਛਤੀਗ੍ਰਸਤ ਹੋਇਆ, ਸੱਟਾਂ ਲੱਗੀਆਂ ਹਨ। ਸਿਰ ਦਾ ਸਾਧ ਸੰਗਤ ਜੀ ਆਪਰੇਟ ਹੋਣਾ ਸੀਗਾ।
ਡਾਕਟਰਾਂ ਨੇ ਮਹਾਂਪੁਰਖਾਂ ਨੂੰ ਇਹ ਕਿਹਾ ਕਿ ਅਸੀਂ ਆਪਰੇਸ਼ਨ ਕਰਾਂਗੇ, ਤੁਹਾਡੀ ਜਾਨ ਬਚ ਜਾਏਗੀ, ਪਰ ਤੁਹਾਡੇ ਕੇਸਾਂ ਨੂੰ ਕੱਟਣਾ ਪਵੇਗਾ। ਤੇ ਸਾਧ ਸੰਗਤ ਦੀ ਮਹਾਂਪੁਰਖਾਂ ਨੇ ਉਸ ਸਮੇਂ ਆਪਣੀ ਗਰਦਨ ਵੱਲ ਇਸ਼ਾਰਾ ਕਰਕੇ ਕਿਹਾ ਸੀ ਕੱਟ ਦਿਓ, ਤੇ ਕੇਸਾਂ ਵੱਲ ਇਸ਼ਾਰਾ ਕਰਕੇ ਨਾ ਕੀਤੀ ਸੀ ਵੀ ਕੇਸ ਨਹੀਂ ਕੱਟਣੇ, ਕਿਉਂਕਿ ਮਹਾਂਪੁਰਖਾਂ ਨੇ ਜਦੋਂ ਵੀ ਕਥਾ ਕਰਨੀ ਨਾ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਇਹ ਨਾਅਰਾ ਲਵਾਉਣਾ, ਧਾਰਨਾ ਬੁਲਾਉਣੀ, ਆਪ ਵੀ ਬੋਲਣੀ ਤੇ ਸੰਗਤ ਤੋਂ ਵੀ ਬੁਲਾਉਣੀ। ਉਹ ਧਾਰਨਾ ਕਿਹੜੀ? ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਇਹ ਧਾਰਨਾ ਮਹਾਂਪੁਰਖ ਆਪ ਬੁਲਾਇਆ ਕਰਦੇ ਸਾਧ ਸੰਗਤ ਜੀ। ਤੇ ਜਿਹੜੇ ਤੱਤ ਬੇਤੇ ਹੁੰਦੇ ਆ ਨਾ, ਉਹ ਕਰਨੀ ਤੋਂ ਪਹਿਲਾਂ ਕਥਨੀ ਤੇ ਕਥਨੀ ਤੇ ਕਰਨੀ ਦੇ ਪੂਰੇ ਹੁੰਦੇ ਹਨ। ਸੰਸਾਰੀ ਜੀਵ ਨਿਰੀਆਂ ਗੱਲਾਂ ਹੀ ਕਰਦੇ ਹਨ। ਮਹਾਰਾਜ ਬਾਣੀ ਵਿੱਚ ਵੀ ਕਿਰਪਾ ਕਰਦੇ ਆ, ਬਾਤਨ ਹੀ ਬੈਕੁੰਠ ਸਮਾਨਾ, ਕੋਈ ਬੋਲੇ ਨਿਰਭਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਬਸ ਬੋਲਦੇ ਹੀ ਹੈ, ਜੀਵਨ ਵਿੱਚ ਉਹ ਗੱਲ ਨਹੀਂ ਹੁੰਦੀ। ਮਹਾਂਪੁਰਖਾਂ ਨੇ ਕੇਵਲ ਬੋਲਿਆ ਹੀ ਨਹੀਂ, ਡਾਕਟਰਾਂ ਨੂੰ ਇਸ਼ਾਰਾ ਕਰਕੇ ਮਨਾ ਕਰ ਦਿੱਤਾ ਵੀ ਮੇਰੇ ਕੇਸ ਨਹੀਂ ਕੱਟਣੇ, ਗਰਦਨ ਭਾਵੇਂ ਕੱਟ ਦਿਓ, ਨਹੀਂ ਹੁੰਦਾ ਆਪਰੇਸ਼ਨ, ਕੋਈ ਗੱਲ ਨਹੀਂ। ਸੋ ਮਹਾਂਪੁਰਖਾਂ ਨੇ ਫਿਰ ਉਸੇ ਦੁੱਖ ਨੂੰ, ਵਾਹਿਗੁਰੂ ਦੇ ਭਾਣੇ ਨੂੰ ਮੰਨਦੇ ਹੋਏ ਅੱਜ ਦੇ ਦਿਨ ਸਾਧ ਸੰਗਤ ਜੀ ਸਰੀਰ ਤਿਆਗਿਆ। ਮਹਾਂਪੁਰਖ ਅੱਜ ਦੇ ਦਿਨ ਸੱਚਖੰਡ ਗਏ। 1 ਘੰਟਾ ਕਥਾ ਕਰਨੀ ਹੈ ਨਾ ਜਿਹੜੀ, 8 ਘੰਟੇ ਹੱਲ ਵਾਉਣ ਦੇ ਬਰਾਬਰ ਹੈ। ਤੁਸੀਂ ਕਹੋਗੇ ਇਹ ਕਿਵੇਂ? ਇਹ ਮਹਾਂਪੁਰਖਾਂ ਦਾ ਬਚਨ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲਿਆਂ ਦਾ। 1 ਘੰਟਾ ਕਥਾ ਕਰਨੀ 8 ਘੰਟੇ ਹੱਲ ਵਾਉਣ ਦੇ ਬਰਾਬਰ ਹੁੰਦਾ ਹੈ। ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਖ, ਉਹ ਸਾਧ ਸੰਗਤ ਜੀ ਇੱਕ ਦਿਨ ਵਿੱਚ 8-8 ਵਾਰ ਕਥਾ ਕਰਦੇ ਹੁੰਦੇ ਸੀਗੇ। ਇੰਨੇ ਸਮਾਗਮ ਹੁੰਦੇ ਸਨ। ਇੱਕ ਦਿਨ ਵਿੱਚ 8-8 ਵਾਰ ਕਥਾ ਕਰਨੀ, ਸੰਗਤਾਂ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜਨਾ। ਸੋ ਐਸੇ ਤਤ ਬੇਤੇ ਮਹਾਂਪੁਰਖ ਜਿਨ੍ਹਾਂ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ, ਲੱਖਾਂ ਪ੍ਰਾਣੀਆਂ ਨੂੰ ਪਰਮੇਸ਼ਰ ਦੇ ਨਾਲ ਜੋੜਿਆ, ਗੁਰੂ ਸਾਹਿਬ ਜੀ ਦੇ ਨਾਲ ਜੋੜਿਆ। ਉਹਨਾਂ ਮਹਾਂਪੁਰਖਾਂ ਦਾ ਅੱਜ ਸੱਚਖੰਡ ਗਮਨ ਵਾਲਾ ਦਿਵਸ ਹੈ। ਐਸੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਬਾਰੰਬਾਰ ਨਮਸਕਾਰ ਹੈ। ਸਾਧ ਸੰਗਤ ਜੀ, ਜਿਨ੍ਹਾਂ ਨੇ ਕੇਸ ਨਹੀਂ ਕਟਾਏ, ਆਪਰੇਸ਼ਨ ਨਹੀਂ ਕਰਾਇਆ, ਵੀ ਜੇ ਕੇਸ ਕੱਟਣੇ ਪੈਣੇ ਆ ਤੁਸੀਂ ਆਪਰੇਸ਼ਨ ਨਹੀਂ ਕਰਾਉਣਾ। ਸਿੱਖ ਦੇ ਰੋਮਾਂ ਦੀ ਬੇਅਦਬੀ ਹੋਵੇ, ਸਾਧ ਸੰਗਤ ਜੀ ਇਹ ਕਿੰਨਾ ਕੁ ਵੱਡਾ ਨੁਕਸਾਨ ਉਸ ਸਿੱਖ ਨੂੰ ਹੁੰਦਾ ਹੈ, ਇਹ ਮਰਨ ਤੋਂ ਬਾਅਦ ਆਤਮਾ ਨੂੰ ਹੀ ਪਤਾ ਲੱਗਦਾ ਹੈ। ਗੁਰਸਿੱਖ ਗੁਰੂ ਕਲਗੀਧਰ ਜੀ ਨੂੰ ਮੰਨਣ ਵਾਲਾ ਸਾਧ ਸੰਗਤ ਜੀ ਕਦਾਚਿਤ ਵੀ ਆਪਣੇ ਰੋਮਾਂ ਦੀ ਬੇਅਦਬੀ ਨਹੀਂ ਕਰਦਾ। ਜਿਨ੍ਹਾਂ ਨੇ ਕਦੀ ਵੀ ਆਪਣੇ ਸਰੀਰ ਦਾ ਕੇਸ ਤੇ ਛੱਡੋ, ਇੱਕ ਰੋਮ ਵੀ ਨਹੀਂ ਨਾ ਕੱਟਿਆ ਹੁੰਦਾ, ਸਾਧ ਸੰਗਤ ਜੀ ਉਹਨਾਂ ਉੱਤੇ ਬਹੁਤ ਸਾਰੇ ਦੁੱਖ ਸੰਤਾਪ ਅਸਰ ਨਹੀਂ ਕਰਦੇ। ਬਹੁਤ ਸਾਰੀਆਂ ਗੱਲਾਂ ਦਾ ਉਹਨਾਂ ਉੱਤੇ ਅਸਰ ਨਹੀਂ ਹੁੰਦਾ। ਗੁਰਸਿੱਖ ਤਾ ਜੀਵਨ ਸਾਰੀ ਉਮਰ ਆਪਣੇ ਸਰੀਰ ਨੂੰ ਕੈਂਚੀ ਨਾ ਲਵਾਵੇ,
ਸਾਰੀ ਉਮਰ। ਇੱਕ ਤਾਂ ਕੈਂਚੀ ਨਾ ਲਵਾਵੇ, ਤੇ ਦੂਜਾ 5 ਬਾਣੀਆਂ ਦਾ ਨਿਤਨੇਮੀ ਹੋਵੇ। ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਨਿਤਨੇਮੀ ਹੋਵੇ, ਸੋਹਿਲਾ ਜੀ ਦਾ ਪਾਠ ਕਰੇ, 7 ਬਾਣੀਆਂ ਦਾ ਨਿਤਨੇਮੀ ਹੋਵੇ, ਤੇ ਕਦੀ ਉਹਨੇ ਆਪਣੇ ਸਰੀਰ ਦੇ ਕਿਸੇ ਵੀ ਰੋਮ ਦੀ ਬੇਅਦਬੀ ਨਾ ਕੀਤੀ ਹੋਵੇ। ਭਗਤਾਂ ਦਾ, ਪਿਆਰਿਆਂ ਦਾ, ਗੁਰਮੁਖਾਂ ਦਾ ਬਚਨ ਹੈ ਵੀ ਖੁੱਲੇ ਦਰਵਾਜ਼ੇ ਸੱਚਖੰਡ ਜਾਂਦਾ ਹੈ। ਖੁੱਲੇ ਦਰਵਾਜ਼ੇ ਸੱਚਖੰਡ ਜਾਂਦਾ ਹੈ। ਇਹ ਮਹਾਰਾਜ ਜੀ ਨੇ ਜਿਹੜੀ ਸਾਨੂੰ ਰਹਿਤ ਬਖਸ਼ਿਸ਼ ਕੀਤੀ ਹੈ, ਇਹ ਰਹਿਤ ਸਾਧ ਸੰਗਤ ਜੀ ਬਹੁਤ ਉੱਚੀ ਹੈ, ਬਹੁਤ ਉੱਚੀ ਰਹਿਤ ਬਖਸ਼ਿਸ਼ ਕੀਤੀ ਹੈ। ਸੋ ਭਾਈ ਯਤਨ ਕਰਿਆ ਕਰੋ, ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ, ਮਹਾਰਾਜ ਧੰਨ ਹੋ ਆਪ ਜੀ ਤੇ ਧੰਨ ਹਨ ਆਪ ਜੀ ਦੇ ਪਿਆਰੇ ਸਿੱਖ। ਜੇ ਗੁਰੂ ਸਾਹਿਬ ਜੀ ਨੇ ਰਹਿਤ ਬਖਸ਼ਿਸ਼ ਕੀਤੀ ਹੈ ਤੇ ਪਿਆਰਿਓ ਰਹਿਤ ਨੂੰ ਕਮਾਉਣ ਵਾਲੇ ਗੁਰਸਿੱਖ ਵੀ ਪੈਦਾ ਕੀਤੇ ਹਨ ਮਹਾਰਾਜ ਨੇ। ਮਹਾਰਾਜ ਧੰਨ ਹੋ ਆਪ ਜੀ, ਧੰਨ ਹਨ ਆਪ ਜੀ ਦੇ ਪਿਆਰੇ ਗੁਰਸਿੱਖ ਮਹਾਤਮਾ ਕਮਾਈ ਵਾਲੇ, ਜਿਨ੍ਹਾਂ ਨੇ ਆਪ ਜੀ ਦੀ ਰਹਿਤ ਨੂੰ ਨਿਭਾਇਆ ਹੈ। ਆਪ ਸਾਡੇ ਤੇ ਵੀ ਕਿਰਪਾ ਕਰੋ। ਜੇ ਭੁੱਲੀ ਜੇ ਚੁੱਕੀ ਸਾਈਂ ਭੀਤ ਹਿੰਜੀ ਕਾਢੀਆਂ। ਸੱਚੇ ਪਾਤਸ਼ਾਹ ਅਸੀਂ ਭੁੱਲਦੇ ਵੀ ਹਾਂ, ਚੁੱਕਦੇ ਵੀ ਹਾਂ, ਪਰ ਹੈ ਤਾਂ ਤੁਹਾਡੇ ਹੀ ਆ ਨਾ। ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਦਇਆ ਕਰੋ, ਤੇ ਮਹਾਰਾਜ ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ੋ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਮੁਖੋਂ ਜਿਹੜਾ ਵੀ ਪ੍ਰਾਣੀ ਮਾਤਰ ਜੀਵ ਕਥਾ ਸੁਣ ਲੈਂਦਾ ਨਾ, ਸਾਧ ਸੰਗਤ ਜੀ, ਉਹ ਗਦਗਦ ਹੋ ਜਾਂਦਾ, ਉਹ ਨਿਹਾਲ ਹੋ ਜਾਂਦਾ। ਉਹ ਫਿਰ ਕਦੀ ਵੀ ਉਜੜੇ ਨਹੀਂ ਸੀ ਪੈਂਦਾ ਹੁੰਦਾ। ਮਹਾਂਪੁਰਖਾਂ ਦੀ ਕਮਾਈ ਇੰਨੀ ਸੀਗੀ। ਥੋੜਾ ਜਿਹਾ ਮਹਾਂਪੁਰਖਾਂ ਦੇ ਜੀਵਨ ਬਾਰੇ ਕਹਿ ਕੇ ਫਿਰ ਆਪਾਂ ਮਹਾਰਾਜ ਜੀ ਦੀ ਇਤਿਹਾਸ ਦੀ ਕਥਾ ਸਰਵਣ ਕਰਨੀ ਹੈ। ਇੱਕ ਹੁੰਦਾ ਹੈ ਗੁਰ ਇਤਿਹਾਸ, ਇੱਕ ਹੁੰਦਾ ਹੈ ਸਿੱਖ ਇਤਿਹਾਸ। 10ਵੇਂ ਪਾਤਸ਼ਾਹ ਜੀ ਤੋਂ ਬਾਅਦ ਵੀ, ਸਰੀਰ ਤਿਆਗਣ ਤੋਂ ਬਾਅਦ ਵੀ ਬਹੁਤ ਸਾਰੇ ਕਰਨੀ ਤੇ ਕਮਾਈ ਵਾਲੇ ਸਿੱਖ ਹੋਏ ਆ, ਜਿਨ੍ਹਾਂ ਦੇ ਜੀਵਨ ਬਹੁਤ ਉੱਚੇ ਸੁੱਚੇ ਮਿਲਦੇ ਹਨ। ਭੂਰੇ ਕੋਨੇ ਪਿੰਡ ਦੇ ਵਿੱਚ ਮਹਾਂਪੁਰਖਾਂ ਦਾ ਜਨਮ ਹੋਇਆ, ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ। ਔਰ ਮਹਾਂਪੁਰਖਾਂ ਨੇ ਦੁਨਿਆਵੀ ਪੜ੍ਹਾਈ ਵੀ ਕੀਤੀ। ਖਾਲਸਾ ਕਾਲਜ ਵਿੱਚ ਰਹਿ ਕੇ ਪੜ੍ਹੇ ਆ ਤੇ ਪਟਵਾਰੀ ਬਣੇ। ਸਾਧ ਸੰਗਤ ਜੀ, ਪਟਵਾਰੀ ਦਾ ਕੰਮ ਵੀ ਕਰਦੇ ਰਹੇ ਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ ਪਿੰਡਰਾਂ ਵਾਲੇ, ਸਿਹਤ ਕੁਝ ਢਿੱਲੀ ਰਹਿੰਦੀ ਸੀਗੀ। ਸਿੰਘਾਂ ਨੇ ਕਿਹਾ, ਮਹਾਂਪੁਰਖੋ ਦਸਤਾਰ ਕਿਸੇ ਹੋਰ ਸਿੰਘ ਨੂੰ ਦੇ ਦਿਓ, ਟਕਸਾਲ ਦੀ ਜ਼ਿੰਮੇਵਾਰੀ ਕਿਸੇ ਹੋਰ ਸਿੰਘ ਨੂੰ ਦੇ ਦਿਓ। ਤੇ ਮਹਾਂਪੁਰਖ ਸਭ ਕੁਝ ਜਾਣਦੇ, ਕਹਿਣ ਲੱਗੇ, ਸਿੰਘੋ ਟਕਸਾਲ ਦੀ ਦਸਤਾਰ ਜ਼ਿੰਮੇਵਾਰੀ ਕਿਹਨੂੰ ਦਿਆਂ? ਜਿਹਨੂੰ ਦੇਣੀ ਹੈ ਉਹ ਤਾਂ ਅਜੇ ਖਾਲਸਾ ਕਾਲਜ ਪੜ੍ਹ ਰਿਹਾ। ਕਹਿਣ ਲੱਗੇ, ਉਹ ਤਾਂ ਅਜੇ ਜੱਥੇ ਵਿੱਚ ਹੀ ਨਹੀਂ ਆਇਆ। ਤੇ ਫਿਰ ਮਹਾਂਪੁਰਖ ਪਟਵਾਰੀ ਦੀ ਪੜ੍ਹਾਈ ਕਰਕੇ, ਪਟਵਾਰੀ ਦਾ ਕੰਮ ਕਰਕੇ ਫਿਰ ਸੰਗਤ ਵਿੱਚ ਆ ਗਏ। ਖਾਲਸਾ ਕਾਲਜ ਤੋਂ ਹਰਿਮੰਦਰ ਸਾਹਿਬ ਹਰ ਰੋਜ਼ ਤੁਰ ਕੇ ਜਾਣਾ ਤੇ ਦਰਸ਼ਨ ਕਰਨੇ। ਪਹਿਲੇ ਸਰੀਰ ਬਹੁਤ ਕਮਾਈ ਵਾਲੇ ਹੁੰਦੇ ਸੀਗੇ। ਮੁਆਫ ਕਰਿਓ, ਅੱਜ ਕਮਾਈਆਂ ਘਟਦੀਆਂ ਜਾ ਰਹੀਆਂ ਹਨ। ਨਾ ਤੇ ਗੁਰਸਿੱਖ ਬਹੁਤੀ ਬਾਣੀ ਪੜ੍ਹਦੇ ਆ, ਤੇ ਨਾ ਗੁਰਸਿੱਖ
ਸੇਵਾ ਹੀ ਕਰਕੇ ਖੁਸ਼ ਹਨ। ਬਸ ਮੀਡੀਏ ਤੇ ਬਹੁਤਾ ਸਮਾਂ ਜਿਹੜਾ ਉਹ ਬਰਬਾਦ ਹੋ ਜਾਂਦਾ ਹੈ। ਮਹਾਂਪੁਰਖਾਂ ਨੇ ਜਦੋਂ ਖਾਲਸਾ ਕਾਲਜ ਤੋਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਉਣਾ ਨਾ, ਤੇ ਪੈਦਲ ਹੀ ਜਾਂਦੇ ਸਨ, ਤੇ ਰਸਤੇ 'ਚ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨੇ। ਫਿਰ ਜਥੇ ਵਿੱਚ ਗਏ ਆ, ਸੰਥਾ ਕੀਤੀ ਆ, ਬਖਸ਼ਿਸ਼ਾਂ ਲਈਆਂ ਨੇ, ਤੇ ਤਖਤ ਸ੍ਰੀ ਹਰਿਮੰਦਰ ਦੀ ਪਟਨਾ ਸਾਹਿਬ ਜਥੇ ਦੀ ਜ਼ਿੰਮੇਵਾਰੀ ਦੀ ਦਸਤਾਰ ਸਰੋਪਾਓ ਮਹਾਂਪੁਰਖਾਂ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਬਖਸ਼ਿਸ਼ ਕੀਤੀ। ਤਤ ਵੇਤੇ ਮਹਾਤਮਾ ਮਹਾਂਪੁਰਖ ਉਹਨਾਂ ਦਾ ਅੱਜ ਸੱਚਖੰਡ ਜਾਣ ਵਾਲਾ ਦਿਨ ਹੈ। ਆਓ ਪ੍ਰੇਮ ਨਾਲੇ ਪੰਕਤੀ ਪੜੋ ਜਿਹੜੀ ਉਹ ਧਾਰਨਾ ਬੁਲਾਉਂਦੇ ਸਨ, ਤਾਂ ਕਿ ਸਾਡਾ ਵੀ ਭਲਾ ਹੋ ਸਕੇ, ਗੁਰਸਿੱਖੀ ਦੀ ਕਮਾਈ ਅਸੀਂ ਵੀ ਕਰ ਸਕੀਏ। ਪਿਆਰ ਨਾਲ ਗੱਜ ਕੇ ਕਹੋ ਜੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਬੇਅੰਤ ਵਾਰ ਐਸੇ ਮਹਾਤਮਾ ਰੱਬ ਦੇ ਪਿਆਰਿਆਂ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ। ਮਹਾਂਪੁਰਖਾਂ ਨੇ ਆਪਣੇ ਤਨ ਤੇ ਚਿੱਟਾ ਚੋਲਾ ਪਾਇਆ ਤੇ ਕਦੀ ਉਹਨੂੰ ਦਾਗ ਨਹੀਂ ਲੱਗਣ ਦਿੱਤਾ। ਭਾਵ ਉੱਚਾ ਤੇ ਸੁੱਚਾ ਜੀਵਨ ਰੱਖਿਆ, ਕਮਾਈ ਵਾਲਾ ਜੀਵਨ ਰੱਖਿਆ, ਜਿਹਨੂੰ ਅਸੀਂ ਮਹਿਤਾ ਟਕਸਾਲ ਕਹਿੰਦੇ ਆ ਨਾ। ਮਹਿਤੇ ਜਿਹੜਾ ਅਸਥਾਨ ਹੈ, ਗੁਰਦੁਆਰਾ ਹੈ, ਇਹ ਸਾਰਾ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਹਦੀ ਆਪ ਸੇਵਾ ਕਰਵਾਈ ਹੈ। ਸੋ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਨਮਸਕਾਰ। ਆਓ ਹੁਣ ਇਤਿਹਾਸ ਦੀ ਕਥਾ ਸੁਣੀਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਹਰਗੋਬਿੰਦ ਚੰਦ ਜੀ ਬਿਰਹਾ ਵਿਧੀ ਚੰਦ ਪਾਏ। ਸਾਧ ਸੰਗਤ ਜੀ, ਕੱਲ ਆਪ ਜੀ ਨੇ ਸਰਵਣ ਕੀਤਾ, ਬਾਬਾ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਦੇਵਪੁਰ ਦੇ ਵਿੱਚ ਚਲੇ ਗਏ। ਆਪਣੇ ਪੁੱਤਰ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥ ਵਿੱਚ ਫੜਾ ਗਏ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਬਾਬਾ ਬਿਧੀ ਚੰਦ ਜੀ ਨੂੰ, ਬਿਧੀ ਚੰਦ ਜੀ ਸਦਾ ਸਾਂਝ ਤੇਰੀ ਪੁਸ਼ਤੈਨੀ, ਨਿਭੈ ਗੁਰ ਘਰ ਸੰਗ ਸੁਖੈਨੀ। ਤੁਹਾਡੀ ਪੁਸ਼ਤਾਂ ਦੀ ਸਾਂਝ ਸਾਡੇ ਨਾਲ ਰਹੇਗੀ। ਇਹ ਬਚਨ ਮਹਾਰਾਜ ਨੇ ਕੀਤਾ ਤੇ ਬਾਬਾ ਜੀ ਸਰੀਰ ਤਿਆਗ ਗਏ। ਸਾਧ ਸੰਗਤ ਜੀ, ਹਰ ਇੱਕ ਨੂੰ ਨਹੀਂ ਪਤਾ ਹੁੰਦਾ ਵੀ ਉਹਦਾ ਅੰਤਮ ਸਮਾਂ ਕਦੋਂ ਆਉਣਾ ਹੈ। ਪਰ ਅਰਦਾਸ ਬੇਨਤੀ ਕਰੇ, ਜਿਵੇਂ ਅੱਜ ਵੀ ਹੁਕਮਨਾਮੇ 'ਚ ਵੀ ਆਇਆ ਹੈ ਨਾ, ਭਾਦੋਏ ਭਰਮ ਭੁਲਾੜੀਆਂ, ਦੂਜਾ ਲੱਗਾ ਹੇਤ, ਲੱਖ ਸ਼ਿਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨਸਸੀ, ਤਿਤ ਵੇਲਾ ਕਹਿ ਸਨ ਪ੍ਰੇਤ। ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਨੀ ਭੇਤ। ਭੇਤ ਕੀ ਹੁੰਦਾ? ਗੁਪਤ। ਗੁਪਤ ਗੱਲ ਨੂੰ ਭੇਤ ਕਹਿੰਦੇ ਆ। ਤੇ ਜਿਵੇਂ ਫਿਰ ਕਿਸੇ ਨੂੰ ਭੇਦ ਨਹੀਂ ਨਾ ਪਤਾ, ਗੁਰਮੁਖਾਂ ਨੂੰ ਇਹ ਭੇਦ ਪਤਾ ਹੁੰਦਾ ਵੀ ਅਸੀਂ ਸਰੀਰ ਕਦੋਂ ਤਿਆਗਣਾ ਹੈ। ਆਮ ਬੰਦਿਆਂ ਨੂੰ ਨਹੀਂ ਪਤਾ ਹੁੰਦਾ, ਮਨਮੁਖ ਬੰਦੇ ਨੂੰ ਨਹੀਂ ਪਤਾ ਲੱਗਦਾ। ਇੱਕ ਨਹੀਂ, ਕਈ ਗੁਰਮੁਖ ਐਸੇ ਹਨ ਸਾਧ ਸੰਗਤ ਜੀ, ਜਿਨ੍ਹਾਂ ਨੇ ਜਾਣ ਤੋਂ ਪਹਿਲਾਂ ਹੀ ਤਰੀਕ ਵੀ ਦੱਸ ਦਿੱਤੀ ਸੀ, ਵਾਰ ਵੀ ਦੱਸ ਦਿੱਤਾ ਸੀ। ਕਈਆਂ ਤੇ ਇਸ਼ਾਰਾ ਹੀ ਕੀਤਾ ਨਾ ਵੀ ਅਸੀਂ ਜਾ ਰਹੇ ਹਾਂ, ਅਸੀਂ ਜਾ ਰਹੇ ਹਾਂ।
ਤੇ ਕਈ ਗੁਰਮੁਖਾਂ ਨੇ ਤਾਂ ਤਰੀਕ ਵੀ ਦੱਸ ਦਿੱਤੀ ਸੀ ਵੀ ਇੰਨੀ ਤਰੀਕ ਨੂੰ ਜਾਵਾਂਗੇ। ਹਰਿਆਣੇ ਵਿੱਚ ਮਹਾਂਪੁਰਖ ਹੋਏ ਆ ਇੱਕ ਬਾਬਾ ਸਾਵਣ ਸਿੰਘ ਜੀ, ਚੌਂਕੜੇ ਦੇ ਵਿੱਚ ਉਹਨਾਂ ਨੇ ਸਰੀਰ ਤਿਆਗਿਆ ਸੀ। ਚੌਂਕੜੇ ਦੇ ਵਿੱਚ ਨਗਰ ਦੇ ਲੋਕਾਂ ਨੂੰ ਚਿੱਠੀਆਂ ਪਾ ਦਿੱਤੀਆਂ ਸਨ, ਆਖਿਆ ਸੀ ਭਾਈ ਪਿਆਰਿਓ ਅਸੀਂ ਇੰਨੀ ਤਰੀਕ ਨੂੰ ਸਰੀਰ ਤਿਆਗ ਦੇਣਾ ਤੇ ਫਿਰ ਨਾ ਕਿਉਂ ਕੁਝ ਦੱਸਿਆ ਨਹੀਂ, ਜੇ ਕੁਝ ਪੁੱਛਣਾ ਤੇ ਪੁੱਛ ਲਓ, ਫਿਰ ਸਮਾਂ ਹੱਥ ਨਹੀਂ ਤੇ ਆਉਣਾ, ਫਿਰ ਤੁਹਾਨੂੰ ਸਮਾਂ ਨਹੀਂ ਤੇ ਮਿਲਣਾ। ਹੁਣ ਪੁੱਛ ਲਓ ਜੋ ਪੁੱਛਣਾ। ਸੋ ਮਨਮੁਖ ਬੰਦੇ ਨੂੰ ਨਹੀਂ ਪਤਾ ਲੱਗਦਾ, ਪਰ ਗੁਰਮੁਖ ਨੂੰ ਤਾਂ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਲਿਖਦੇ, ਗੁਰਮੁਖ ਆਏ ਜਾਏ ਨਿਸੰਗ, ਉਹ ਨਿਸੰਗ ਹੋ ਕੇ ਆਉਂਦਾ ਜਾਂਦਾ। ਸੋ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸਰੀਰ ਤਿਆਗਿਆ। ਕਹਿੰਦੇ ਸ਼੍ਰੀ ਹਰਗੋਬਿੰਦ ਚੰਦ ਜੀ ਬਿਰਹਿ ਬਿਧੀ ਚੰਦ ਪਾਏ। ਮਹਾਰਾਜ ਸੱਚੇ ਪਾਤਸ਼ਾਹ ਮਹਿਸੂਸ ਕਰਦੇ ਆ ਕਿ ਬਾਬਾ ਬਿਧੀ ਚੰਦ ਜੀ ਸਰੀਰ ਤਿਆਗ ਗਏ ਹਨ। ਹਾਂਜੀ। ਬਹੁ ਉਦਾਸ ਉਰਮੈ ਰਹੈ, ਭੇਵ ਨਾ ਕਛੂ ਜਨਾਏ। ਭਾਵੇਂ ਮਹਾਰਾਜ ਬਾਹਰੋਂ ਕਿਸੇ ਨੂੰ ਭੇਦ ਨਹੀਂ ਜਤਾਉਂਦੇ, ਪਰ ਮਨ ਵਿੱਚ ਮਹਿਸੂਸ ਕਰਦੇ ਹਨ ਕਿ ਬਾਬਾ ਬਿਧੀ ਚੰਦ ਜੀ ਸਰੀਰ ਤਿਆਗ ਗਏ ਹਨ। ਸਾਧ ਸੰਗਤ ਜੀ, ਉਹਦਾ ਕਾਰਨ ਇਹ ਹੈ, ਬਾਬਾ ਬਿਧੀ ਚੰਦ ਜੀ ਸਤਿਗੁਰੂ ਜੀ ਦੇ ਬਹੁਤ ਪਿਆਰੇ ਸਿੱਖ ਸਨ ਜੀ, ਬਹੁਤ ਪਿਆਰੇ ਸਿੱਖ। ਬੜੇ ਕਾਰਜ ਬਾਬਾ ਬਿਧੀ ਚੰਦ ਜੀ ਨੇ ਕਰਨੇ। ਸੋ ਮਹਾਰਾਜ ਜੀ ਮਨ ਵਿੱਚ ਮਹਿਸੂਸ ਕਰਦੇ ਹਨ ਕਿ ਬਾਬਾ ਬਿਧੀ ਚੰਦ ਜੀ ਨੇ ਸਰੀਰ ਤਿਆਗ ਦਿੱਤਾ ਹੈ। ਚੌਪਈ ਲਾਲ ਚੰਦ ਕੋ ਰਾਖੈ ਪਾਸਾ। ਮਹਾਰਾਜ ਬਾਬਾ ਬਿਧੀ ਚੰਦ ਜੀ ਦੇ ਪੁੱਤਰ ਬਾਬਾ ਲਾਲ ਚੰਦ ਜੀ ਨੂੰ ਸਦਾ ਹੀ ਆਪਣੇ ਕੋਲ ਰੱਖਦੇ ਹਨ। ਬਹੁ ਭਾਂਤਨ ਕੇ ਦੇਤ ਦਿਲਾਸਾ। ਤੇ ਮਹਾਰਾਜ ਨਾ ਦਿਲਾਸਾ ਵੀ ਦਿੰਦੇ ਹਨ ਕਿ ਨਾ ਭਾਈ ਇਸ ਤਰ੍ਹਾਂ ਨਹੀਂ ਕਰਨਾ। ਮਹਾਰਾਜ ਦਿਲਾਸਾ ਵੀ ਦਿੰਦੇ ਹਨ। ਬਿਧੀ ਚੰਦ ਪਾਛੇ ਦਸਤਾ। ਬਾਬਾ ਬਿਧੀ ਚੰਦ ਜੀ ਤੋਂ ਪਿੱਛੋਂ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਜਿਹੜੀ ਦਸਤਾਰ ਹੈ, ਬੰਧਵਾਈ ਮ੍ਰਿਦਲ ਬਾਕ ਉਚਾਰ। ਮਹਾਰਾਜ ਨੇ ਮਿੱਠੇ ਬੋਲ ਬੋਲ ਕੇ ਤੇ ਬਾਬੇ ਲਾਲ ਚੰਦ ਨੂੰ ਪੱਗ ਬਣਵਾ ਦਿੱਤੀ ਜੀ। ਦਸਤਾਰ ਬੰਦੀ ਜਿਹੜੀ ਹੈ ਉਹ ਬਾਬਾ ਲਾਲ ਚੰਦ ਜੀ ਦੀ ਕੀਤੀ। ਤਿਸ ਬਿਧੀ ਦੀਨਸ ਵਡਿਆਈ। ਤੇ ਜਿਹੋ ਜੀ ਵਡਿਆਈ ਹਜੂਰ ਨੇ ਬਾਬਾ ਬਿਧੀ ਚੰਦ ਜੀ ਨੂੰ ਬਖਸ਼ਿਸ਼ ਕੀਤੀ ਸੀ ਨਾ, ਬਾਬਾ ਲਾਲ ਚੰਦ ਜੀ ਨੂੰ ਵੀ ਉਹੋ ਜੀ ਵਡਿਆਈ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਲੈ ਹਰਖਿਓ ਗੁਰ ਸੇਵ ਕਮਾਈ। ਤੇ ਬਾਬਾ ਜੀ ਫਿਰ ਸੇਵਾ ਕਰਦੇ ਹਨ। ਸੇਵਾ ਨੂੰ ਮੇਵਾ ਲੱਗਦਾ, ਕਰਕੇ ਕੋਈ ਦੇਖ ਲਵੇ। ਆਖੋ ਵਾਹ। ਕੋਈ ਗੁਰੂ ਘਰ ਦੀ ਸੇਵਾ ਕਰਕੇ ਦੇਖੇ, ਸੇਵਾ ਨੂੰ ਮੇਵਾ ਲੱਗਦਾ ਹੀ ਲੱਗਦਾ, ਫਲ ਮਿਲਦਾ ਹੀ ਮਿਲਦਾ। ਸੋ ਬਾਬਾ ਬਿਧੀ ਚੰਦ ਜੀ ਦੇ ਪੁੱਤਰ ਬਾਬਾ ਲਾਲ ਚੰਦ ਜੀ ਬੜੇ ਹੀ ਪਿਆਰ ਨਾਲ ਆਪਣੇ ਪਿਤਾ ਜੀ ਦੀ ਥਾਂ ਉੱਤੇ ਸੇਵਾ ਕਰਦੇ ਹਨ। ਕਰਨ ਕਾਰ ਪਰ ਤਿਸ ਹੀ ਲਾਇਓ। ਤੇ ਘਰ ਦੀ ਕੰਮਕਾਰ ਸਾਰਾ ਕੁਝ ਜੋ ਬਾਬਾ ਬਿਧੀ ਚੰਦ ਜੀ ਕਰਦੇ ਸਨ, ਉਹੋ ਹੀ ਬਾਬਾ ਲਾਲ ਚੰਦ ਜੀ ਕਰਦੇ ਹਨ। ਵੱਡੇ ਮਸੰਦਨ ਸੰਗ ਮਿਲਾਇਓ। ਮਹਾਰਾਜ ਛੇਵੇਂ ਪਾਤਸ਼ਾਹ ਨੇ ਮਸੰਦਾਂ ਨਾਲ ਮੁਲਾਕਾਤ ਕਰਵਾਈ ਲਾਲ ਚੰਦ ਜੀ ਦੀ ਕਿ ਭਾਈ ਅੱਜ ਤੋਂ ਬਿਧੀ ਚੰਦ ਜੀ ਦਾ ਕੰਮ ਲਾਲ ਚੰਦ ਜੀ ਕਰਨਗੇ। ਏਕ ਦਿਵਸ ਸ਼੍ਰੀ ਹਰਗੋਬਿੰਦ। ਇੱਕ ਦਿਨ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਹੁੰਚ ਉਪਬਨ ਪਿਖਨ ਬਿਲੰਦ। ਕੀਰਤਪੁਰ ਸਾਹਿਬ ਵਿੱਚ ਬਾਗ ਹੈ ਸੱਚੇ ਪਾਤਸ਼ਾਹ ਦਾ। ਮਹਾਰਾਜ ਉਹ ਬਾਗ ਵੇਖਣ ਵਾਸਤੇ ਪਹੁੰਚੇ। ਖਰੇ ਜਹਾਂ ਬਹੁਤ ਤਰੁਰ ਜਾਤੀ। ਜਿੱਥੇ ਬੜੇ ਤਰ੍ਹਾਂ ਦੇ ਰੁੱਖ ਲੱਗੇ ਹੋਏ ਸਨ ਜੀ। ਬਾਗ ਦੇ ਵਿੱਚ ਨਾ ਬਹੁਤ ਤਰ੍ਹਾਂ ਦੇ ਰੁੱਖ ਸਨ। ਚੰਪਕ ਰਾਏ ਬੇਲ ਬਹੁ ਭਾਂਤੀ। ਚੰਪਕ, ਫਿਰ ਰਾਏ ਬੇਲ ਭਾਵ ਚੰਬੇਲੀ ਦੇ, ਹੋਰ ਵੀ ਕਈ ਪ੍ਰਕਾਰ ਦੇ ਰੁੱਖ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਬਾਗ ਵਿੱਚ ਲਵਾਏ ਸਨ। ਪਿੱਛੇ ਜੇ ਸੰਗਤਾਂ ਅਸੀਂ ਸਾਰੇ ਉਸ ਬਾਗ ਦੇ ਵੀ ਦਰਸ਼ਨ ਕਰਕੇ ਆਏ ਆ। ਬਹੇੜੇ ਦੇ ਰੁੱਖ ਬਹੁਤ ਲੱਗੇ ਸਨ ਅੱਜ ਕੱਲ ਉੱਥੇ।
ਸੋ ਮਹਾਰਾਜ ਨੇ ਉੱਥੇ ਬੜੇ ਤਰ੍ਹਾਂ ਦੇ ਰੁੱਖ ਲਵਾਏ ਸਨ। ਹਨ ਆਰੂ ਅਮਰੂਦ ਤਰ ਅੰਬ, ਆੜੂ ਦੇ ਰੁੱਖ, ਅਮਰੂਦ ਦੇ ਰੁੱਖ, ਅੰਬਾਂ ਦੇ ਰੁੱਖ, ਨਿੰਬੂ ਕਦਲੀ ਖਰੇ ਕਤੰਬ, ਨਿੰਬੂ ਦੇ ਰੁੱਖ, ਫਿਰ ਕੇਲੇ ਦੇ ਰੁੱਖ, ਕਤੰਬ ਦੇ ਰੁੱਖ, ਬੜੇ ਰੁੱਖ ਮਹਾਰਾਜ ਨੇ ਲਵਾਏ ਉੱਥੇ ਜੀ। ਦਾਰਮ ਸੇਊ ਫਾਰਸੇ ਖਿਰਨੀ, ਅਨਾਰ, ਸੇਊ, ਸੇਬ, ਫਾਲਸੇ ਤੇ ਖਿਰਨੀ ਦੇ ਰੁੱਖ ਵੀ ਲਵਾਏ ਹਨ। ਫੁੱਲਨ ਡਾਰੀ ਬਹੁ ਬਿਦ ਬਰਨੀ, ਤੇ ਮਹਾਰਾਜ ਨੇ ਫੁੱਲ ਵੀ ਬੜੇ ਲਵਾਏ ਆ। ਇਹ ਗੱਲ ਕੁਦਰਤੀ ਹੈ। ਜਿਹੜਾ ਅੰਤਰਮੁਖੀ ਹੋਏਗਾ ਨਾ, ਉਹਦਾ ਕੁਦਰਤ ਨਾਲ ਬਹੁਤ ਪਿਆਰ ਹੋਵੇਗਾ। ਬਲਿਹਾਰੀ ਕੁਦਰਤ ਵਸਿਆ ਵਸਿਆ। ਪਰਮੇਸ਼ਰ ਦੇ ਸਾਖਸ਼ਾਤ ਦਰਸ਼ਨ ਹੁੰਦੇ ਆ, ਪਰਮੇਸ਼ਰ ਦੀ ਕੁਦਰਤ ਦੇ ਦਰਸ਼ਨ ਕਰ ਲਓ। ਸੋ ਮਹਾਰਾਜ ਨੇ ਬੜੇ ਤਰ੍ਹਾਂ ਦੇ ਰੁੱਖ ਉਸ ਬਾਗ ਵਿੱਚ ਲਵਾਏ ਹਨ। ਕਠਲ ਬਠਲ ਨੌਰੰਗੀ ਸੁੰਦਰ, ਕਠਲ, ਕਠਲ ਕਹਿੰਦੇ ਕਟਹਰ ਨੂੰ। ਕਟਹਰ ਦੀ ਸਬਜ਼ੀ ਵੀ ਬਣਦੀ ਹੈ। ਕਟਹਰ, ਫਿਰ ਢੇਊ। ਹੁਣ ਵਾਲੇ ਸਾਡੇ ਜਵਾਕਾਂ ਨੂੰ, ਨਿਆਣਿਆਂ ਨੂੰ ਢੇਊ ਦਾ ਨਹੀਂ ਪਤਾ ਲੱਗਣਾ, ਤੇ ਹੌਲੀ ਹੌਲੀ ਘਰਾਂ ਵਿੱਚੋਂ ਢੇਊ ਦਾ ਅਚਾਰ ਵੀ ਗਾਇਬ ਹੋ ਗਿਆ। ਤੇ ਜਿੰਨੀਆਂ ਹੀ ਇਹਨਾਂ ਚੀਜ਼ਾਂ ਦੀ ਵਰਤੋਂ ਘੱਟ ਕਰਦੀ, ਓਨੇ ਸਰੀਰ ਨੂੰ ਰੋਗ ਵੀ ਵੱਧ ਗਏ। ਫਿਰ ਕਠਲ, ਬਠਲ, ਬਠਲ ਕਹਿੰਦੇ ਢੇਊ ਨੂੰ। ਨੌਰੰਗੀ ਸੁੰਦਰ, ਇੱਕ ਹੁੰਦੇ ਸੰਤਰੇ, ਇੱਕ ਹੁੰਦੀਆਂ ਨਰੰਗੀਆਂ, ਬਿਲਕੁਲ ਛੋਟੇ ਛੋਟੇ। ਨਿੰਬੂ ਤੇ ਨਰੰਗੀ 'ਚ ਫਰਕ ਹੁੰਦਾ। ਦਾਸ ਨੇ ਕਈ ਵਾਰੀ ਨਰੰਗੀ ਛਕੀ ਹੈ। ਨਰੰਗੀ ਉਵੇਂ ਛਿੱਲੀ ਜਾਂਦੀ ਜਿਵੇਂ ਸੰਤਰਾ ਛਿੱਲਦੇ, ਤੇ ਬਹੁਤ ਛੋਟੇ ਛੋਟੇ ਉਹਦੇ ਪੀਸ ਹੁੰਦੇ ਆ, ਫਾੜੀਆਂ ਹੁੰਦੀਆਂ, ਜਿਵੇਂ ਸੰਤਰੇ ਦੀਆਂ ਫਾੜੀਆਂ ਹੁੰਦੀਆਂ, ਉਵੇਂ ਉਹਦੀਆਂ ਵੀ ਫਾੜੀਆਂ ਹੁੰਦੀਆਂ। ਜਿਹੜੀ ਕੋਇਲ ਹੈ ਨਾ, ਕਿੰਨਾ ਕੋਇਲ ਕੂ ਕੂ ਕੂਕਦੀ ਹੈ। ਕੋਇਲ ਨਰੰਗੀ ਦੇ ਬੂਟੇ ਤੇ ਤੁਹਾਨੂੰ ਮਿਲੇਗੀ। ਨਰੰਗੀ ਬਹੁਤ ਖਾਂਦੀ ਹੈ। ਸਾਡੇ ਕਹਿ ਦਿੰਦੇ ਖੱਟਾ ਖਾਓਗੇ ਗਲਾ ਖਰਾਬ ਹੋ ਜਾਏਗਾ, ਪਰ ਕੋਇਲ ਖਾਂਦੀ ਖੱਟਾ, ਤੇ ਉਹਦਾ ਕਦੀ ਗਲਾ ਨਹੀਂ ਖਰਾਬ ਹੋਇਆ। ਉਹ ਬੜਾ ਸੋਹਣਾ ਬੋਲਦੀ ਹੈ। ਕਠਲ ਬਠਲ ਨੌਰੰਗੀ ਸੁੰਦਰ, ਕਟਹਰ ਢੇਊ, ਸੋਹਣੇ ਨਰੰਗੀ ਦੇ ਪੌਦੇ ਵੀ ਮਹਾਰਾਜ ਨੇ ਲਵਾਏ ਹਨ। ਇਤਿਆਦਿਕ ਤਰ ਉਪਬਨ ਅੰਦਰ, ਇਸ ਤਰੀਕੇ ਨਾਲ ਬੜੇ ਬਾਗ ਸੱਚੇ ਪਾਤਸ਼ਾਹ ਵਾਹਿਗੁਰੂ ਬੜੇ ਪੇੜ ਲਵਾਏ ਮਹਾਰਾਜ ਨੇ ਉਸ ਬਾਗ ਵਿੱਚ। ਰਾਏ ਜੋਧ ਅਰ ਭਾਨਾ ਸੰਗ, ਮਹਾਰਾਜ 6ਵੇਂ ਪਾਤਸ਼ਾਹ ਉਸ ਬਾਗ ਵਿੱਚ ਜਾ ਰਹੇ ਹਨ, ਤੇ ਰਾਏ ਜੋਧ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਬਾਬਾ ਭਾਨਾ ਜੀ ਮਹਾਰਾਜ ਜੀ ਦੇ ਨਾਲ ਹਨ। ਵਹਿਰ ਉੱਤਰ ਤਜ ਤਰੇ ਤੁਰੰਗ, ਤੇ ਬਾਹਰ ਹੀ ਘੋੜੇ ਲਾ ਦਿੱਤੇ ਮਹਾਰਾਜ ਨੇ। ਬਾਗ ਵਿੱਚ ਘੋੜੇ ਨਹੀਂ ਲੈ ਕੇ ਗਏ, ਬਾਹਰ ਹੀ ਘੋੜੇ ਖੜੇ ਕਰ ਦਿੱਤੇ ਤੇ ਆਪ ਅੰਦਰ ਗਏ। ਅੰਤਰ ਬਰੇ ਤਰੋਵਰ ਹੇਰੈ, ਗਰੀਬ ਨਵਾਜ ਅੱਗੇ ਅੱਗੇ ਹਨ ਤੇ ਪਿੱਛੇ ਸਿੱਖ ਹਨ, ਸੰਗਤਾਂ ਹਨ। ਸਤਿਗੁਰੂ ਬਾਗ ਦੇ ਵਿੱਚ ਜਾਂਦੇ ਆ ਤੇ ਰੁੱਖਾਂ ਨੂੰ ਵੇਖਣ ਦੇ ਆ। ਉਹ ਰੁੱਖ ਵੀ ਭਾਗਾਂ ਵਾਲੇ ਜਿਨ੍ਹਾਂ ਉੱਤੇ ਗੁਰੂ ਹਰਗੋਬਿੰਦ ਸਾਹਿਬ ਦ੍ਰਿਸ਼ਟੀ ਪਾ ਰਹੇ ਹਨ। ਮਹਾਰਾਜ ਦ੍ਰਿਸ਼ਟੀ ਪਾ ਰਹੇ ਨੇ, ਰੁੱਖ ਦੇਖ ਰਹੇ ਹਨ। ਪੁਸ਼ਪ ਪੁਸ਼ਪਾ ਪਰ ਦ੍ਰਿਸ਼ਟੀ ਪੇਰੇਰੈ, ਫਿਰ ਕਮਾਲ ਦੀ ਗੱਲ, ਫੁੱਲ ਵੀ ਬੜੇ ਲੱਗੇ ਆ। ਗੁਲਾਬ ਦੇ ਫੁੱਲ ਲੱਗੇ ਆ, ਗੈਂਦੇ ਦੇ ਲੱਗੇ ਆ, ਚਮੇਲੀ ਦੇ ਲੱਗੇ ਆ, ਬੜੇ ਫੁੱਲ ਲੱਗੇ ਆ। ਕੱਲੇ ਕੱਲੇ ਫੁੱਲ ਉੱਤੇ ਮਹਾਰਾਜ ਦ੍ਰਿਸ਼ਟੀ ਪਾ ਰਹੇ ਆ। ਇਥੋਂ ਪਤਾ ਲੱਗਦਾ ਵੀ ਆਮ ਬੰਦੇ ਦੀ ਵੇਖਣੀ ਵਿੱਚ ਤੇ ਗੁਰੂ ਦੀ ਵੇਖਣੀ 'ਚ ਫਰਕ ਇਹ ਹੈ, ਗੁਰੂ ਸਾਹਿਬ ਬੜੀ ਨੀਝ ਨਾਲ ਦੇਖ ਰਹੇ ਆ। ਕੱਲੇ ਕੱਲੇ ਫੁੱਲ ਉੱਤੇ ਦ੍ਰਿਸ਼ਟੀ ਪਾ ਰਹੇ ਹਨ। ਕਰੈ ਸਰਾਹਨ ਇਹ ਬਰ ਬਿਕਸਿਓ, ਤੇ ਫਿਰ ਫੁੱਲ ਵੇਖ ਵੇਖ ਕੇ ਨਾ ਮਹਾਰਾਜ ਤਾਰੀਫਾਂ ਵੀ ਕਰ ਰਹੇ ਹਨ ਵੀ ਦੇਖੋ ਆਹ ਫੁੱਲ ਕਿੰਨਾ ਖਿੜਿਆ, ਇਹ ਫੁੱਲ ਤਾਂ ਭਾਈ ਬਹੁਤਾ ਹੀ ਸੋਹਣਾ ਹੋਇਆ। ਇਸ ਕੋ ਟੌਰ ਉਚੇਰੇ ਨਿਕਸਿਓ, ਤੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਵੇਖ ਭਾਈ ਇਹਦਾ ਸਿੱਟਾ ਕਿੱਡਾ ਉੱਚਾ ਨਿਕਲਿਆ। ਹਰ ਫੁੱਲ ਦਾ ਖਿੜਨ ਦਾ ਤਰੀਕਾ ਆਪੋ ਆਪਣਾ ਹੈ ਨਾ।
ਤੇ ਹਰ ਫੁੱਲ ਉੱਤੇ ਮਹਾਰਾਜ ਦ੍ਰਿਸ਼ਟੀ ਪਾ ਰਹੇ ਹਨ। ਇਸ ਕੋ ਸੁੰਦਰ ਬਰਨ ਵਿਸਾਲਾ। ਤੇ ਫਿਰ ਕਿਸੇ ਫੁੱਲ ਨੂੰ ਵੇਖ ਕੇ ਮਹਾਰਾਜ ਬਾਬੇ ਭਾਨੇ ਨੂੰ ਕਹਿੰਦੇ ਵੇਖੋ ਇਹਦਾ ਰੰਗ ਕਿੱਡਾ ਸੋਹਣਾ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਕਿਤੇ ਤੁਸੀਂ ਫੁੱਲ ਵੇਖੋ ਧਿਆਨ ਦੇ ਨਾਲ, ਕੁਦਰਤੀ ਰੰਗ ਹੈ ਤੇ ਪਰਮੇਸ਼ਰ ਨੇ ਉਹਦੇ ਵਿੱਚ ਰੰਗ ਭਰੇ ਆ। ਆਖੋ ਵਾਹ। ਇੱਕ ਫੁੱਲ ਵਿੱਚ 3-3 4-4 ਰੰਗ ਹੁੰਦੇ ਆ। ਕਈ ਵਾਰੀ ਵੇਖੋ ਧਿਆਨ ਨਾਲ, ਪਰਮੇਸ਼ਰ ਨੇ ਉਹਨਾਂ 'ਚ ਸੁੰਦਰਤਾ ਭਰੀ ਆ। ਹੁਣ ਇੱਥੇ ਸਾਹਮਣੇ ਨਕਲੀ ਵੀ ਲੱਗੇ ਆ ਤੇ ਅਸਲੀ ਵੀ ਚੜੇ ਆ, ਤੇ ਨਕਲੀ ਨਕਲੀ ਨੇ ਤੇ ਅਸਲੀ ਅਸਲੀ ਨੇ। ਸਾਧ ਸੰਗਤ ਜੀ, ਅਸਲੀਆਂ ਦੀ ਸੋਭਤ ਆਪਣੀ ਹੈ, ਨਕਲੀ ਬੰਦੇ ਨੇ ਬਣਾਏ ਆ, ਅਸਲੀ ਪਰਮੇਸ਼ਰ ਨੇ ਬਣਾਏ ਆ। ਮਹਾਰਾਜ ਵੇਖਦੇ ਕਹਿੰਦੇ ਵੇਖੋ ਇਹਦਾ ਰੰਗ ਕਿੱਡਾ ਸੋਹਣਾ ਹੈ। ਹਾਂਜੀ। ਇਹ ਆਸ਼ੋ ਸੋ ਹੈ ਵਿੱਚ ਮਾਲਾ। ਫਿਰ ਅੱਗੇ ਜਾਂਦੇ ਆ ਤੇ ਫੁੱਲ ਹੋਰ ਬੜੇ ਸੋਹਣੇ ਗੈਂਦੇ ਦੇ ਖਿੜੇ ਹੁੰਦੇ ਆ, ਤੇ ਮਹਾਰਾਜ ਕਹਿੰਦੇ ਵੀ ਇਹਨਾਂ ਦਾ ਹਾਰ ਬੜਾ ਸੋਹਣਾ ਬਣੇਗਾ, ਇਹਨਾਂ ਦੀ ਮਾਲਾ ਬੜੀ ਸੋਹਣੀ ਬਣੇਗੀ। ਚਾਰ ਪਾਂਖੁਰੀ ਇਸ ਕੀ ਸੋਹਤ। ਇੱਕ ਤਾਂ ਫੁੱਲ ਫਿਰ ਬਹੁਤਾ ਹੀ ਸੋਹਣਾ ਸੀਗਾ, ਤੇ 4 ਪੰਖੜੀਆਂ ਉਹਦੀਆਂ ਬਾਹਰ ਨੂੰ ਨਿਕਲੀਆਂ ਸੀਗੀਆਂ, ਉਹ ਬੜਾ ਸੋਹਣਾ ਲੱਗੇ। ਮਹਾਰਾਜ ਉਸ ਫੁੱਲ ਦੇ ਲਾਗੇ ਖਲੋਤੇ, ਉਹਦੇ ਤੇ ਦ੍ਰਿਸ਼ਟੀ ਪਾ ਰਹੇ। ਮਹਾਰਾਜ ਕਹਿੰਦੇ ਵੇਖੋ ਇਹ ਕਿੱਡਾ ਸੋਹਣਾ ਲੱਗ ਰਿਹਾ ਹੈ। ਆਕ੍ਰਿਤ ਮਹਾ ਬਨੀ ਮਨ ਮੋਹਤ। ਇਹਦੀ ਤਾਂ ਆਕ੍ਰਿਤੀ ਆਕਾਰ ਇਹੋ ਜਿਹਾ ਬਣਿਆ ਵੀ ਮਨ ਨੂੰ ਪਾਉਂਦਾ ਹੈ, ਮਨ ਨੂੰ ਟੁੰਬਦਾ ਹੈ। ਸ੍ਰੀ ਹਰ ਰਾਏ ਸੋ ਕੁਸ਼ਕ ਪਸ਼ੇਰੇ। ਮਹਾਰਾਜ ਬਾਗ ਵਿੱਚ ਸੈਰ ਕਰ ਰਹੇ ਹਨ ਤੇ ਗੁਰੂ ਹਰ ਰਾਏ ਸਾਹਿਬ ਜੀ, ਉਹਨਾਂ ਨੂੰ ਅਜੇ ਸ੍ਰੀ ਹਰ ਰਾਏ ਜੀ ਕਹਿੰਦੇ ਆ, ਮਹਾਰਾਜ ਪੋਤਰੇ ਦੇ ਰੂਪ ਚ ਵਿਚਰ ਰਹੇ ਆ, ਉਹ ਕੁਝ ਪਿੱਛੇ ਰਹਿ ਗਏ ਨੇ। ਹਾਂਜੀ। ਹੁਤੇ ਤੁਰੰਗ ਪੰਥ ਕੇ ਨੇਰੇ। ਤੇ ਘੋੜੇ ਤੇ ਸਨ ਤੇ ਰਸਤੇ ਵਿੱਚ ਸਨ ਤੇ ਥੋੜਾ ਪਿੱਛੇ ਰਹਿ ਗਏ। ਰੁਕਿਓ ਪੌਰ ਉਪਬਨ ਕੋ ਤਬੈ। ਉਹਨਾਂ ਵੇਖਿਆ ਵੀ ਮਹਾਰਾਜ ਦੇ ਘੋੜੇ ਜਿਹੜੇ ਆ ਉਹ ਬਾਗ ਦੇ ਦਰਵਾਜ਼ੇ ਦੇ ਅੱਗੇ ਰੁਕੇ ਹੋਏ ਹਨ। ਕਹਿ ਕਰ ਕੀਨੇ ਵਰਜਨ ਸਬੈ। ਤੇ ਮਹਾਰਾਜ ਨੇ ਕਿਹਾ ਸੀ ਨਾ ਵੀ ਬਾਗ 'ਚ ਕੋਈ ਘੋੜਾ ਨਹੀਂ ਖੜਨਾ। ਆਖੋ ਵਾਹਿਗੁਰੂ। ਵਾਹਿਗੁਰੂ। ਬਾਗ 'ਚ ਕੋਈ ਘੋੜਾ ਨਹੀਂ ਖੜਨਾ। ਇਸ ਕਰਕੇ ਗੁਰੂ ਹਰਿ ਸਾਹਿਬ ਜੀ ਨੇ ਵੇਖਿਆ ਵੀ ਸਾਰੇ ਘੋੜੇ ਉੱਥੇ ਲੱਗੇ ਹੋਏ ਆ। ਹਾਂਜੀ। ਸਗਰੇ ਮਗ ਤੇ ਦੂਰ ਹਟਾਏ। ਤਬੈ ਪ੍ਰਵੇਸ਼ਨ ਕਉ ਚਲ ਆਏ। ਹਾਂਜੀ। ਅਲਪ ਬੈਸ ਮੈਂ ਲਖ ਕਰ ਸਾਰੇ। ਘੋੜੇ ਪਰਾਂ ਕਰਵਾ ਕੇ ਨਾ, ਸਾਰੇ ਘੋੜੇ ਪਰਾਂ ਕਰਵਾ ਕੇ ਤੇ ਹਰ ਰਾਏ ਸਾਹਿਬ ਜੀ ਉਸ ਬਾਗ ਦੇ ਵਿੱਚ ਪ੍ਰਵੇਸ਼ ਹੋ ਗਏ। ਸਾਧ ਸੰਗਤ ਜੀ, ਜਿਨ੍ਹਾਂ ਨੇ ਕੀਰਤਪੁਰ ਸਾਹਿਬ ਦਾ ਉਹ ਬਾਗ ਦੇਖਿਆ ਨਾ, ਕਥਾ ਸੁਣਦਿਆਂ ਉਹ ਬਾਗ 'ਚ ਪਹੁੰਚ ਗਏ ਹੋਣਗੇ। ਕਿਉਂ ਭਾਈ ਕਸ਼ਮੀਰ ਸਿੰਘ ਜੀ ਪਹੁੰਚ ਗਏ? ਇਹ ਨਾਲ ਸਨ ਸੰਦੇ ਜੀ। ਉਸ ਬਾਗ 'ਚ ਸੁਰਤ ਉਹਨਾਂ ਦੀ ਪਹੁੰਚ ਗਈ ਹੋਏ। ਘੋੜੇ ਪਰਾਂ ਕਰਵਾ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿ ਸਾਹਿਬ ਜੀ ਆਪ ਅੰਦਰ ਨੂੰ ਆਏ ਜੀ। ਹਾਂਜੀ। ਅਲਪ ਬੈਸ ਮਹਿ ਲਖ ਕਰ ਸਾਰੇ। ਸਾਰਿਆਂ ਵੇਖਿਆ ਵੀ ਛੋਟੀ ਉਮਰ ਹੈ, ਫੱਬ ਦੇ ਬੜੇ ਆ, ਸਾਰੇ ਪਰਾਂ ਹੋ ਗਏ। ਲਰਹਿ ਨ ਹਾਏ ਇਤ ਉਤਹਿ ਨਿਵਾਰੇ। ਹਾਂਜੀ। ਰਸ਼ਕ ਦਾਸ ਜਿਨਹੁ ਕੈ ਸੰਗ। ਹੁਤੇ ਅਰੋਹਨ ਬਲੀ ਤੁਰੰਗ। ਸ਼ਤਪਾਲਨ ਕੋ ਸੂਖਮ ਜਾਮਾ। ਹੁਣ ਮਹਾਰਾਜ ਹਰਿ ਰਾਏ ਸਾਹਿਬ ਜੀ ਉਸ ਬਾਗ ਵਿੱਚ ਪ੍ਰਵੇਸ਼ ਹੋਏ ਤੇ ਜਿਹੜਾ ਚੋਲਾ ਪਾਇਆ ਸੀ ਨਾ, ਉਹਨੂੰ 100 ਕਲੀਆਂ ਸਨ। ਆਖੋ ਵਾਹਿਗੁਰੂ। ਵਾਹ। ਖੁੱਲਾ ਚੋਲਾ ਸੀਗਾ, 100 ਕਲੀਆਂ ਵਾਲਾ ਚੋਲਾ ਸੀਗਾ। ਇਹ ਬਾਣਾ ਹੈ ਸਾਡਾ, ਇਹਨੂੰ ਪਿਆਰ ਕਰਨਾ ਵੀ ਬਹੁਤ ਜ਼ਰੂਰੀ ਹੈ। ਆ ਹੁਣ ਤੇ ਸਾਡੇ ਵੀਰ ਏਦਾਂ ਦਾ ਸੂਟ ਪਾਉਂਦੇ ਆ ਜਿਵੇਂ ਬੀਬੀਆਂ ਦਾ ਸੂਟ ਹੁੰਦਾ ਹੈ। ਕੋਈ ਹੈ ਸਿੰਘ ਨੇ, ਪਰ ਸਿੰਘਾਂ ਵਾਲੇ ਬਸਤਰ ਨਹੀਂ ਲੱਗਦੇ। ਚੋਲੇ ਵੀ ਇਸ ਤਰ੍ਹਾਂ ਦੇ ਸਵਾਉਂਦੇ ਆ ਜਿਵੇਂ ਆਮ ਬੀਬੀਆਂ ਦੇ ਬਸਤਰ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ 100 ਕਲੀਆਂ ਵਾਲਾ ਚੋਲਾ ਪਾਉਂਦੇ ਸਨ, 100 ਕਲੀਆਂ ਵਾਲਾ।
ਛਤ ਪਾਲਨ ਕੋ ਸੂਖਮ ਜਾਮਾ, ਨਿਤ ਪ੍ਰਤ ਪੈ ਰਹਿ ਬਹੁ ਅਭਿਰਾਮਾ। ਤੇ ਬੜਾ ਸੋਹਣਾ ਲੱਗਦਾ ਸੀ। ਸੁੰਦਰ ਪਰਿਓ ਸਿਕੰਦ ਦੁਕੂਲ। ਹੁਣ 100 ਕਲੀਆਂ ਵਾਲਾ ਹਰਰਾਏ ਸਾਹਿਬ ਜੀ ਨੇ ਚੋਲਾ ਪਾਇਆ ਤੇ ਮੋਢੇ ਤੇ ਹਜੂਰੀਆ ਰੱਖਿਆ। ਹਜੂਰੀਆ ਲੈ ਕੇ ਵੀ ਨਹੀਂ ਹੁਣ ਸਾਡੇ ਬੰਦੇ ਰਾਜੀ, ਮੋਢੇ ਤੇ ਹਜੂਰੀਆ ਰੱਖਿਆ। ਮਨ ਹੋ ਮ੍ਰਿਦੁਲਤਾ ਕੋ ਤਨ ਮੂਲ। ਤੇ ਮਹਾਰਾਜ ਦਾ ਸਰੀਰ ਬੜਾ ਕੋਮਲ ਹੈ, ਮਾਨੋ ਵੀ ਕਮਲ ਵਰਗਾ ਕੋਮਲ ਸਰੀਰ ਹੋਵੇ। ਹਾਂਜੀ, ਮਿਲੈ ਪਿਤਾਮਾ ਕੇ ਸੰਗ ਜਾਈ। ਮਨ ਚ ਫੁਰਨਾ ਬਣਿਆ ਵੀ ਛੇਤੀ ਕਰੀਏ ਤੇ ਆਪਣੇ ਦਾਦਾ ਜੀ ਦੇ ਨਾਲ ਜਾ ਕੇ ਮਿਲੀਏ। ਕਿਉਂ? ਗੁਰੂ ਹਰਿਰਾਏ ਸਾਹਿਬ ਕਦੀ ਵੱਖ ਨਹੀਂ ਸੀ ਹੋਏ 6ਵੇਂ ਪਾਤਸ਼ਾਹ ਤੋਂ। ਜਾਂ ਤੇ ਚਾਲ ਚਲਤ ਚਪਲਾਈ। ਇਸ ਕਰਕੇ ਥੋੜੀ ਕਾਲੀ ਦੇ ਨਾਲ ਤੁਰਨ ਲੱਗ ਪਏ ਜੀ, ਤੇਜ਼ੀ ਨਾਲ ਤੁਰਨ ਲੱਗੇ। ਵਾਯੂ ਬੇਗ ਚੱਲਣ ਤੇ ਪਰਸਿਓ। ਤੇ ਹਵਾ ਵੀ ਚੱਲ ਰਹੀ ਸੀ, ਤੇਜ਼ ਹਵਾ ਚੱਲ ਰਹੀ ਸੀ। ਛਤ ਪਾਲਨ ਜਾਮੇ ਕੋ ਸਰਸਿਓ। ਤੇ ਜਦੋਂ ਤੇਜ਼ ਹਵਾ ਚੱਲਣ ਲੱਗੀ ਤਾਂ 100 ਕਲੀਆਂ ਦਾ ਜਿਹੜਾ ਚੋਲਾ ਉਹਨੂੰ ਹਵਾ ਲੱਗੀ ਤਾਂ ਖੁੱਲ ਗਿਆ ਜੀ। ਭਾਵ ਘੇਰਾ ਜਿਹੜਾ ਉੱਡਣ ਲੱਗ ਪਿਆ ਜੀ। ਹਾਂਜੀ, ਪਰਸਿਓ ਘਨੋ ਛਿਪਰ ਚੱਲ ਜਾਹੀ। ਤੇ ਪਰਸਿਓ ਘਨੋ ਛਿਪਰ ਚੱਲ ਜਾਹੀ। ਜਾਮਾ ਬਹੁਤ ਫੈਲ ਗਿਆ ਤੇ ਗੁਰੂ ਹਰਿਰਾਏ ਸਾਹਿਬ ਛੇਤੀ ਛੇਤੀ ਤੁਰੇ ਜਾ ਰਹੇ ਹਨ। ਸੁੰਦਰ ਫੂਲ ਹੁਤੋ ਮਗ ਮਾਹੀ। ਤੇ ਉਸ ਫੁੱਲ ਦੇ ਲਾਗੋਂ ਲੰਘਣ ਦੇ ਸਨ ਜਿਹਦੀ ਗੁਰੂ ਹਰਗੋਬਿੰਦ ਸਾਹਿਬ ਹੁਣੇ ਹੀ ਤਾਰੀਫ ਕਰਕੇ ਗਏ ਸੀਗੇ ਵੀ ਇਹ ਤੇ ਬਹੁਤਾ ਹੀ ਸੋਹਣਾ ਫੁੱਲ ਹੈ। ਹਾਂਜੀ, ਸੋ ਜਾਮੇ ਲਗ ਅਟਕਟ ਟੂਟਾ। ਉਹ ਚੋਲਾ ਮਹਾਰਾਜ ਦਾ ਉੱਥੇ ਅੜ ਗਿਆ ਜੀ। ਤੇ ਜਦੋਂ ਚੋਲਾ ਅੜਿਆ ਉਹ ਟੁੱਟ ਗਿਆ। ਐਂਚਨ ਕਰੇ ਸ਼ਾਖ ਤੇ ਛੂਟਾ। ਤੇ ਜਦੋਂ ਚੋਲਾ ਖਿੱਚਿਆ ਨਾ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਤੇ ਉਹ ਟਾਹਣੀ ਤੋਂ ਬਿਲਕੁਲ ਲੱਥ ਕੇ ਧਰਤੀ ਤੇ ਡਿੱਗ ਗਿਆ ਫੁੱਲ। ਹਾਂਜੀ, ਟੂਟਿਓ ਪੁਸ਼ਪ ਰਹਿਓ ਤਹ ਪਰਿਓ। ਫੁੱਲ ਟੁੱਟ ਕੇ ਉੱਥੇ ਹੀ ਥੱਲੇ ਪਿਆ ਰਿਹਾ। ਸ੍ਰੀ ਹਰਿ ਰਾਏ ਬੇਗ ਤਿਮ ਧਰਿਓ। ਤੇ ਗੁਰੂ ਹਰਿਰਾਏ ਸਾਹਿਬ ਜੀ ਛੇਤੀ ਛੇਤੀ ਕਦਮ ਤੋਰਨ ਦੇ ਆ ਵੀ ਦਾਦਾ ਸਤਿਗੁਰੂ ਜੀ ਦੇ ਕੋਲ ਚੱਲੀਏ। ਮਿਲਨ ਪਿਤਾਮੇ ਕੋ ਚਿਤ ਚਾਹੀ। ਕਹਾਂ ਰਹੇ ਜਬ ਲਗ ਕਹਿ ਨਾਹੀ। ਕਹਿੰਦੇ ਛੇਤੀ ਛੇਤੀ ਫੁਰਨਾ ਬਣਾਇਆ ਵੀ ਦਾਦਾ ਜੀ ਕਿੱਥੇ ਚਲੇ ਗਏ, ਸਤਿਗੁਰੂ ਜੀ ਕਿੱਥੇ ਚਲੇ ਗਏ। ਸੰਗ ਦਾਸ ਤਿਮ ਗਮਨਤ ਭਏ। ਸਤਿਗੁਰੂ ਜੀ ਕਿੱਥੇ ਚਲੇ ਗਏ। ਫੁਰਨਾ ਬਣਾਇਆ ਵੀ ਛੇਤੀ ਛੇਤੀ ਚੱਲੀਏ। ਹੁਣ ਛੇਤੀ ਛੇਤੀ ਤੁਰ ਰਹੇ ਆ। ਸੰਗ ਦਾਸ ਤੇ ਗਮਨਤ ਗਏ। ਕੁਝ ਸੇਵਾਦਾਰ ਵੀ ਸਨ ਨਾਲ, ਉਹ ਵੀ ਫਿਰ ਛੇਤੀ ਛੇਤੀ ਸਾਰੇ ਤੁਰੇ। ਸਤਿਗੁਰ ਨਿਕਟ ਪਹੁੰਚਤ ਭਏ। ਤੇ 6ਵੇਂ ਪਾਤਸ਼ਾਹ ਜੀ ਦੇ ਲਾਗੇ ਸਾਰੇ ਪਹੁੰਚ ਗਏ। ਸਨੇ ਸਨੇ ਫਿਰ ਉਪਬਨ ਸੈਲ। ਤੇ ਮਹਾਰਾਜ ਸਹਿਜੇ ਸਹਿਜੇ ਬਾਗ ਦੀ ਸੈਰ ਕਰ ਰਹੇ ਹਨ। ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਵੇਖੋ ਜੇ ਬਾਗ ਲਵਾਇਆ ਤੇ ਵੇਖਣਾ ਵੀ ਜ਼ਰੂਰੀ ਹੈ, ਵੇਖਣਾ ਵੀ ਜ਼ਰੂਰੀ ਹੈ। ਬਾਗ ਦੀ ਸੈਰ ਕਰ ਰਹੇ ਸਨ ਤੇ ਬੜੇ ਸਹਿਜੇ ਸਹਿਜੇ ਮਹਾਰਾਜ ਕਰ ਰਹੇ ਸੀਗੇ। ਹਾਂਜੀ, ਸ੍ਰੀ ਹਰਗੋਬਿੰਦ ਸਿੱਖ ਬਹੁ ਗੈਲ। ਤੇ ਪਿੱਛੇ ਪਿੱਛੇ ਮਹਾਰਾਜ ਦੇ ਸਿੱਖ ਆ ਰਹੇ ਹੈਗੇ ਜੀ। ਹਾਂਜੀ, ਸੁੰਦਰ ਰਵਸ਼ ਸਠੰਡਲ ਘਨੇ। ਬਾਗ ਦੀਆਂ ਸੜਕਾਂ ਜਿਹੜੀਆਂ ਸਨ ਨਾ ਉਹ ਬੜੀਆਂ ਸੋਹਣੀਆਂ ਬਣਾਈਆਂ ਸੀਗੀਆਂ। ਚੰਗੇ ਟ੍ਰੇਨਡ ਮਾਲੀਆਂ ਨੇ ਬਾਗ ਬਣਾਇਆ ਸੀ। ਉਹ ਹਾਥ ਪ੍ਰਬੀਨਨ ਕੇ ਲਗ ਬਨੇ। ਕਹਿੰਦੇ ਚੰਗੇ ਪ੍ਰਬੀਨ ਸਿਆਣੇ ਬੰਦਿਆਂ ਨੇ ਰਸਤਾ ਵੀ ਬੜਾ ਵਧੀਆ ਬਣਾਇਆ ਸੀ ਬਾਗ 'ਚ। ਵੇਖੋ ਬਾਗ ਹੋਵੇ ਸਹੀ ਤੇ ਵੇਖਣ ਵਾਲਾ ਸ਼ੌਕੀਨ ਹੋਵੇ ਸਹੀ, ਉਹਦਾ ਤਾਂ ਉਸ ਬਾਗ ਵਿੱਚੋਂ ਬਾਹਰ ਜਾਣ ਨੂੰ ਜੀ ਨਹੀਂ ਕਰਦਾ। ਹਾਂਜੀ, ਤਿਨ ਪਰ ਚੱਲੇ ਜਾਹੇ ਸਭ ਆਗੇ। ਹੁਣ ਮਹਾਰਾਜ ਸਭ ਤੋਂ ਅੱਗੇ ਤੁਰਦੇ ਜਾ ਰਹੇ ਹਨ, ਪਿੱਛੇ ਪਿੱਛੇ ਸਾਰੇ ਸਿੱਖ ਆ ਰਹੇ ਹਨ। ਗਮਨ ਹੈ ਭੀਰ ਲਾਰ ਕੋ ਲਾਗੇ। ਤੇ ਮਗਰ ਮਗਰ ਗੁਰੂ ਦੇ ਸਿੱਖਾਂ ਦੀ ਭੀੜ ਤੁਰੀ ਆ ਰਹੀ ਹੈ। ਪਿਖਿਓ ਤਰੋਵਰ ਸੁੰਦਰ ਛਾਇਆ। ਇੱਕ ਰੁੱਖ ਵੇਖਿਆ ਮਹਾਰਾਜ ਨੇ, ਜਿਹੜਾ ਰੁੱਖ ਬੜਾ ਵੱਡਾ ਸੀਗਾ ਤੇ ਉਹਦੀ ਛਾਂ ਵੀ ਬੜੀ ਸੰਘਣੀ ਸੀ। ਬੈਠਨ ਹੇਤ ਹਿਰਦਾ ਬਿਸਮਾਇਆ। ਗਰੀਬ ਨਵਾਜ ਮਹਾਰਾਜ ਜੀ ਨੇ ਵਿਚਾਰ ਕੀਤੀ ਵੀ ਇੱਥੇ ਬੈਠਣਾ ਚਾਹੀਦਾ ਹੈ।
ਕੁਝ ਸਮਾਂ ਬੈਠੀਏ। ਹੁਤੀ ਸੰਗਨ ਬਹੁਤ ਇਸਕੇ ਤਰੇ, ਫਰਸ਼ ਕਰਾਏ ਬੈਠਿਓ ਕਰੇ। ਮਹਾਰਾਜ ਨੇ ਵਿਛਾਈ ਕਰਾਈ ਤੇ ਸੱਚੇ ਪਾਤਸ਼ਾਹ ਉਸ ਰੁੱਖ ਦੇ ਹੇਠਾਂ ਬੈਠ ਗਏ। ਅਨੇਕ ਭਾਂਤ ਕੀ ਬਾਤਨ ਕਰਤੇ। ਤੇ ਗਰੀਬ ਨਵਾਜ ਉੱਥੇ ਬੈਠ ਕੇ ਬੜੇ ਪਿਆਰ ਨਾਲ ਗੱਲਾਂ ਕਰਦੇ ਜੀ, ਬਚਨ ਕਰਦੇ। ਵੇਖੋ ਕਿਸੇ ਪੌਦੇ ਦੇ ਲਾਗੇ ਜਾ ਕੇ ਨਾ ਤੁਸੀਂ ਪਿਆਰ ਵਾਲੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿਓ, ਉਹਦੇ ਉੱਤੇ ਅਸਰ ਹੋਣ ਲੱਗ ਪਏਗਾ ਜੀ। ਤੇ ਜੇ ਕੜੂਸਾਂ ਹੀ ਕੱਢਣੀਆਂ ਵੀ ਮਾੜਾ ਹੀ ਬੋਲਣਾ ਤੇ ਫਿਰ ਤੇ ਪੌਦੇ ਤੇ ਵੀ ਮਾੜਾ ਅਸਰ ਹੋ ਜਾਂਦਾ ਜੀ। ਬੜੇ ਪਿਆਰ ਵਾਲੇ ਬਚਨ ਮਹਾਰਾਜ ਉਸ ਬਾਗ ਵਿੱਚ ਕਰ ਰਹੇ ਹਨ। ਤ੍ਰਿਣ ਸਬਜ਼ੀ ਚਹੁ ਔਰ ਨਿਹਰਤੇ। ਫਿਰ ਸਬਜ਼ੀ ਵੱਲ ਵੀ ਵੇਖਿਆ, ਘਾਹ ਵੱਲ ਵੀ ਵੇਖਿਆ। ਕਿਤਕ ਸਮੇਂ ਮੈਂ ਉੱਠ ਕਰ ਚਾਲੇ। ਫਿਰ ਮਹਾਰਾਜ ਉੱਠ ਕੇ ਉੱਥੋਂ ਤੁਰੇ। ਸ੍ਰੀ ਹਰਿ ਰਾਏ ਨਿਕਟ ਹੈ ਨਾਲੇ। ਤੇ ਨਾਲ ਹਰਿ ਰਾਏ ਸਾਹਿਬ ਜੀ ਹਨ। ਆਖੋ ਵਾਹਿਗੁਰੂ। ਹਾਂਜੀ। ਸਨੈ ਸਨੈ ਜਿਮ ਆਗੇ ਗਏ। ਤੇ ਸਹਿਜੇ ਸਹਿਜੇ ਬਾਗ ਦਾ ਬਾਹਰ ਵਾਲਾ ਜਿਹੜਾ ਰਸਤਾ ਹੈ, ਮਹਾਰਾਜ ਉਸ ਪਾਸੇ ਨੂੰ ਤੁਰ ਪਏ। ਤਿਸ ਪ੍ਰਕਾਰ ਹਟ ਆਵਤ ਭਏ। ਹਾਂਜੀ। ਟੂਟਿਓ ਪਰਿਓ ਪੁਸ਼ਪ ਜਿਸ ਥਾਈ, ਤਹਾਂ ਪਹੁੰਚਤ ਭੇ ਜਗ ਸਾਈ। ਤੇ ਜਿੱਥੇ ਉਹ ਫੁੱਲ ਟੁੱਟਿਆ ਪਿਆ ਸੀ ਨਾ, ਜਗਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਉਸ ਫੁੱਲ ਦੇ ਲਾਗੇ ਪਹੁੰਚ ਗਏ ਜੀ। ਹਾਂਜੀ। ਪ੍ਰਥਮ ਗਏ ਦੇਖਿਓ ਬਿਦ ਭਲੇ। ਮਹਾਰਾਜ ਜਦੋਂ ਪਹਿਲਾਂ ਲੰਘੇ ਸੀਗੇ, ਉਸੇ ਫੁੱਲ ਨੂੰ ਹੀ ਬੜੇ ਧਿਆਨ ਨਾਲ ਵੇਖਿਆ ਸੀ। ਹਾਂਜੀ। ਹਤੋ ਸਰਾਹਿਓ ਸੁੰਦਰ ਖਿਲੇ। ਸ਼ਲਾਘਾ ਵੀ ਕੀਤੀ ਸੀ ਮਹਾਰਾਜ ਨੇ ਵੀ ਕਿੱਡਾ ਸੋਹਣਾ ਖਿੜਿਆ। ਆਖੋ ਵਾਹਿਗੁਰੂ। ਹਾਂਜੀ। ਜਬੈ ਬਿਲੋਕਿਓ ਟੂਟੋ ਪਰਿਓ। ਪਰ ਜਦੋਂ ਮਹਾਰਾਜ ਨੇ ਵੇਖਿਆ ਵੀ ਉਹ ਫੁੱਲ ਹੀ ਟੁੱਟਿਆ ਹੋਇਆ ਜ਼ਮੀਨ ਉੱਤੇ ਪਿਆ, ਸਤਿਗੁਰ ਬਾਕ ਉਚਾਰਨ ਕਰਿਓ। ਤੇ ਮਹਾਰਾਜ ਉੱਥੇ ਹੀ ਖਲੋ ਗਏ ਜੀ। ਤੇ ਸਤਿਗੁਰੂ ਜੀ ਆਪਣੇ ਮੁਖੋਂ ਬਚਨ ਕਰਨ ਲੱਗੇ। ਸ਼ਾਖਾ ਲੱਗਿਓ ਹੁਤੋ ਹਮ ਹੀਰਾ। ਮਹਾਰਾਜ ਕਹਿੰਦੇ ਅਸੀਂ ਖੁਦ ਵੇਖਿਆ ਸੀ, ਇਹ ਟਾਹਣੀ ਦੇ ਨਾਲ ਲੱਗਾ ਹੋਇਆ ਸੀਗਾ। ਅਬ ਇਹ ਕਿਹੇ ਤੋਰਿਓ ਸ਼ਿਤ ਗੇਰਾ। ਹੁਣ ਇਹ ਕਿੰਨੇ ਤੋੜ ਦਿੱਤਾ? ਇਹ ਫੁੱਲ ਕਿੰਨੇ ਤੋੜਿਆ ਭਾਈ? ਉਪਮਾ ਮੁਖ ਪ੍ਰਸੰਨ ਕੀ ਪਾਵਤ। ਪਿਖੀ ਪਾਂਖੁਰੀ ਹੁਤੋ ਸੁਹਾਵਤ। ਮਹਾਰਾਜ ਕਹਿੰਦੇ ਇਹ ਤਾਂ ਇੰਜ ਖਿੜਿਆ ਸੀ ਜਿਵੇਂ ਖਿੜਿਆ ਹੋਇਆ ਚਿਹਰਾ ਹੁੰਦਾ ਹੈ। ਇਹ ਕਿੰਨੇ ਤੋੜ ਦਿੱਤਾ? ਮਹਾਰਾਜ ਕਹਿੰਦੇ ਹਾਂਜੀ। ਸ਼ਾਖਾ ਸਹਿਤ ਤਰੋਵਰ ਅਵਨੀ, ਨਿਜ ਸ਼ਬਤੇ ਦਿਖਰਾਵਨ ਰਵਨੀ। ਹਾਂਜੀ। ਅਬ ਛਿਨ ਛਿਨ ਪ੍ਰਤ ਇਹ ਕੁਮਲਾਵਤ, ਸ਼ੋਕ ਸਹਿਤ ਮੁਖ ਸਮਤਾ ਪਾਵਤ। ਤੇ ਸਾਧ ਸੰਗਤ ਜੀ ਉੱਥੇ ਮਹਾਰਾਜ ਕਹਿਣ ਲੱਗੇ ਹੁਣ ਸਹਿਜੇ ਸਹਿਜੇ ਇਹਨੇ ਮੁਰਝਾ ਜਾਣਾ। ਤੇ ਜਿਵੇਂ ਦੁਖੀ ਹੋਇਆ ਚਿਹਰਾ ਹੁੰਦਾ ਹੈ ਨਾ, ਉਵੇਂ ਦਾ ਇਹਨੇ ਹੋ ਜਾਣਾ। ਪਹਿਲਾਂ ਇਹ ਖਿੜਿਆ ਹੀ ਬੜਾ ਸੀਗਾ। ਭਾਈ ਕਿੰਨੇ ਤੋੜਿਆ? ਸਾਰੇ ਚੁੱਪ ਹੋ ਗਏ, ਕੋਈ ਨਹੀਂ ਬੋਲਿਆ ਵੀ ਕਿੰਨੇ ਤੋੜਿਆ। ਤੇ ਹਰਿ ਰਾਏ ਸਾਹਿਬ ਜੀ ਦੇ ਨਾਲ ਜਿਹੜੇ ਸੇਵਾਦਾਰ ਸੀ ਨਾ, ਉਹਨਾਂ ਵੇਖ ਲਿਆ ਸੀ ਵੀ ਮਹਾਰਾਜ ਹਰਿ ਰਾਏ ਸਾਹਿਬ ਜੀ ਤੋਂ ਟੁੱਟਿਆ। ਹਾਂਜੀ। ਹਾਥ ਜੋਰ ਸਭ ਹੇਤ ਸੁਨਾਏ। ਉਹਨਾਂ ਫਿਰ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ, ਸ਼੍ਰੀ ਹਰਿ ਰਾਏ ਚਲਤ ਉਤਲਾਏ। ਮਹਾਰਾਜ ਹਰਿ ਰਾਏ ਸਾਹਿਬ ਜੀ ਇੱਥੋਂ ਬੜੀ ਕਾਹਲੀ ਦੇ ਨਾਲ ਲੰਘੇ ਸਨ। ਦੀਰਘ ਜਾਮਾ ਅਟਕਿਓ ਯਾਸੋਂ। ਤੇ ਚੋਲਾ ਵੱਡਾ ਸੀ, ਚੋਲਾ ਵੱਡਾ ਪਾਇਆ, ਉਹ ਅੜ ਗਿਆ ਇਸ ਫੁੱਲ ਨਾਲ। ਪਰਿਓ ਟੂਟ ਧਰ ਤੁਰੰਤਾਸੋ। ਤੇ ਫੁੱਲ ਉਸੇ ਵੇਲੇ ਟੁੱਟ ਗਿਆ ਤੇ ਧਰਤੀ ਤੇ ਡਿੱਗ ਗਿਆ। ਪਿਆਰਿਓ, ਸਿੱਖੀ ਦੇ ਵਿਹੜੇ ਵਿੱਚ ਰਹਿੰਦੇ ਆ ਇਹ ਸਾਖੀ ਹਰ ਇੱਕ ਨੇ ਪਹਿਲਾਂ ਵੀ ਸੁਣੀ ਹੈ। ਤੁਸੀਂ ਪਹਿਲਾਂ ਵੀ ਬੜੀ ਵਾਰੀ ਇਹ ਸਾਖੀ ਸੁਣੀ ਹੈ ਵੀ ਉਹ ਚੋਲੇ ਨਾਲ ਅੜ ਕੇ ਤੇ ਫੁੱਲ ਟੁੱਟ ਗਿਆ। ਪਰ ਹੁਣ ਆਹ ਗੱਲ ਸੁਣਨੀ, ਸਿੱਖੀ ਦੀ ਸਿੱਖਿਆ ਸੁਣਨੀ ਹੈ। ਹਾਂਜੀ। ਸੁਨ ਸ਼੍ਰੀ ਮੁਖ ਤੇ ਸੁਮਤ ਬਤਾਵੇਂ। ਮਹਾਰਾਜ ਉਸੇ ਵੇਲੇ ਖਲੋ ਗਏ।
ਹਰ ਰਾਏ ਸਾਹਿਬ ਜੀ ਦੇ ਮੁੱਖ ਮੰਡਲ ਵੱਲ ਦੇਖਿਆ ਤੇ ਸੁਮਤ ਦੇਣ ਲੱਗੇ, ਸਿੱਖਿਆ ਦੇਣ ਲੱਗੇ। ਜੋ ਦੀਰਘ ਜਾਮਾ ਗਰ ਪਾਵੈ। ਮਹਾਰਾਜ ਕਹਿੰਦੇ ਵੀ ਜਿਹੜੇ ਫਿਰ ਵੱਡੇ, ਜੇ ਤੇ ਵੱਡਾ ਜਾਮਾ ਗਲ ਚ ਪਾਇਆ ਨਾ, ਜੇ ਚੋਲਾ ਵੱਡਾ ਪਾਇਆ, ਹਾਂਜੀ, ਕਿਉਂ ਨਾ ਸੰਕੋਚ ਸੰਭਾਰ ਚਲੰਤੇ। ਤੇ ਫਿਰ ਸੰਕੋਚ ਕੇ ਕਿਉਂ ਨਹੀਂ ਤੇ ਚੱਲਦੇ ਜਾਮਾ? ਜਾਮਾ ਸੰਕੋਚ ਕੇ ਵੀ ਚੱਲਣਾ ਚਾਹੀਦਾ ਹੈ। ਹਾਂਜੀ, ਜਿਹ ਪਰਸਤ ਜਿਹ ਪਸਰਤ ਗਨ ਬਿਗਨ ਪਰੰਤੇ। ਜਿਹੜੇ ਫੈਲਣ ਨਾਲ ਵਿਘਨ ਪੈਂਦਾ ਉਹਨੂੰ ਸੰਕੋਚ ਕੇ ਚੱਲਣਾ ਚਾਹੀਦਾ ਹੈ। ਹਾਂਜੀ, ਸੁਨੀ ਪਿਤਾਮੇ ਕੀ ਇਮ ਬਾਣੀ। ਦੋ ਗੱਲਾਂ ਸਾਨੂੰ ਸਿੱਖਿਆ ਗੁਰੂ ਹਰਿਰਾਏ ਸਾਹਿਬ ਤੋਂ ਪਹਿਲਾਂ ਹੀ ਮਾਲਕ ਨੇ ਧੁਰ ਦਰਗਾਹ ਤੋਂ ਆਏ ਆ। ਬੰਦਿਆ, ਜੇ ਤੇਰੀ ਪਦਵੀ ਵੱਡੀ ਹੈ ਤੇ ਤੂੰ ਕੋਸ਼ਿਸ਼ ਕਰ, ਤੋੜ ਨਾ, ਕੁਛ ਜੋੜ। ਆਖੋ ਵਾਹਿਗੁਰੂ। ਕਈ ਵਾਰੀ ਜ਼ੋਰ ਲੱਗ ਜਾਂਦਾ ਵੀ ਸੰਗਤ ਜੋੜੀਏ ਗੁਰੂ ਘਰ ਦੀ। ਇੱਕ ਅੱਧਾ ਹੀ ਨਿੰਦਕ ਚੁਗਲ ਇਹੋ ਜਿਹਾ ਆ ਜਾਂਦਾ, ਉਹ ਸ਼ਰਾਰਤੀ ਇਹੋ ਜਿਹੀ ਕਰ ਦਿੰਦਾ ਵੀ ਕਈ ਦਿਨ ਦਾ ਮਾਹੌਲ ਖਰਾਬ ਕਰ ਦਿੰਦਾ। ਪਰ ਮਹਾਰਾਜ ਦੀ ਸਿੱਖਿਆ ਤਾਂ ਫਿਰ ਸਾਰਿਆਂ ਦੀ ਸਾਂਝੀ ਆ ਨਾ। ਸਿੱਖਾ, ਜੋੜਨ ਦਾ ਕੰਮ ਕਰ, ਤੋੜਨ ਦਾ ਨਾ ਕਰ। ਜੇ ਤੇਰੀ ਪਦਵੀ ਵੱਡੀ ਹੈ ਤੇ ਹਿਸਾਬ ਨਾਲ ਚੱਲ। ਦੂਜਾ, ਬਸਤਰ ਸਾਂਭ ਕੇ ਚੱਲਣਾ ਚਾਹੀਦਾ। ਕਈ ਫਿਰ ਵੱਡਾ ਬਸਤਰ ਪਾ ਤੇ ਲੈਂਦੇ ਆ, ਪਰ ਉਹਨਾਂ ਨੂੰ ਤੁਰਨ ਦੀ ਜਾਚ ਨਹੀਂ ਹੁੰਦੀ। ਮੈਨੂੰ ਮਾਫ ਕਰਿਓ। ਹੁਣ ਇਹਦਾ ਇਹ ਭਾਵਨਾ ਲੈ ਲਿਓ ਵੀ ਬਾਬਿਆਂ ਦੀ ਸੁਰਤ ਕਿੱਥੇ ਜਾਂਦੀ ਹੈ। ਪਰ ਅਸੀਂ ਵੇਖੀਦਾ ਸਾਡੀਆਂ ਬੱਚੀਆਂ, ਭੈਣਾਂ, ਮਾਵਾਂ, ਵੱਡੀਆਂ ਦਾਦੀਆਂ, ਕਈ ਵਾਰੀ ਖਾਸ ਕਰਕੇ ਨਵੀਂ ਪੀੜ੍ਹੀ ਦੀਆਂ ਜਿਹੜੀਆਂ ਬੱਚੀਆਂ ਨੇ, ਵਿਆਹਾਂ ਸ਼ਾਦੀਆਂ ਦੇ ਉੱਤੇ ਲਹਿੰਗੇ ਇਹੋ ਜਿਹੇ ਪਾਉਂਦੀਆਂ ਨੇ ਤੇ ਉਹ ਸਾਰੀ ਸੜਕ ਦੀ ਸਫਾਈ ਨਾਲ ਹੀ ਕਰਦੀਆਂ ਹੁੰਦੀਆਂ ਜੀ। ਉਹ ਸਾਰਾ ਜ਼ਮੀਨ ਨਾਲ ਲੱਗਾ ਹੁੰਦਾ ਤੇ ਸਭ ਕੁਝ ਹੁੰਝੀਆਂ ਆਉਂਦੀਆਂ। ਮੈਨੂੰ ਸਿੰਘ ਕਹਿੰਦਾ, ਗਿਆਨੀ ਜੀ ਆਹ ਵੇਖੋ ਕੀ ਕਰਨ ਦਈ। ਮੈਂ ਕਿਹਾ ਝਾੜੂ ਫੇਰਨ ਦਈ ਹੈ। ਇਹ ਝਾੜੂ ਹੀ ਪਾਇਆ ਇਹਨੇ, ਆਲੇ ਦੁਆਲੇ ਝਾੜੂ ਲਪੇਟਿਆ, ਕੱਪੜੇ ਨਹੀਂ ਪਾਏ। ਇਹਨੇ ਝਾੜੂ ਲਪੇਟਿਆ ਤੇ ਸੜਕ ਸਾਫ਼ ਕਰਨ ਦੀ ਸੇਵਾ ਕਰ ਰਹੀ ਹੈ। ਪਰ ਉਹ ਬਸਤਰ ਤਾਂ ਨਹੀਂ ਹੈਗਾ। ਜਿਹੋ ਜਿਹੇ ਕੱਪੜੇ ਪਾਉਂਦੀਆਂ ਨੇ ਉਹ ਕੋਈ ਤਰੀਕਾ ਥੋੜੀ ਹੈਗਾ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ। ਪਰ ਜ਼ਮਾਨਾ ਬੜਾ ਐਡਵਾਂਸ ਹੈ। ਕਹਿੰਦੇ ਗਿਆਨੀ ਜੀ ਅਸੀਂ ਜਿਹੋ ਜਿਹੇ ਮਰਜ਼ੀ ਕੱਪੜੇ ਪਾਈਏ, ਤੁਹਾਨੂੰ ਕੀ ਪ੍ਰੋਬਲਮ ਹੈ? ਤੁਹਾਨੂੰ ਕੀ ਪ੍ਰੋਬਲਮ ਹੈ? ਅਸੀਂ ਜਿਹੋ ਜਿਹੇ ਮਰਜ਼ੀ ਕੱਪੜੇ ਪਾਈਏ, ਸਾਡੀ ਜ਼ਿੰਦਗੀ ਹੈਗੀ ਹੈ। ਭਲਿਓ ਪ੍ਰੋਬਲਮ ਸਾਨੂੰ ਨਹੀਂ ਹੈਗੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਹੈ, ਜੇ ਦੀਰਘ ਜਾਮਾ ਗਰ ਪਾਵੈ, ਕਿਉ ਨਾ ਸੰਕੋਚ ਸੰਭਾਰ ਚਲੰਤੇ, ਜੇ ਪਸਰਤ ਗਨ ਬਿਗਨ ਪਰੰਤੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ, ਸਾਨੂੰ ਤੇ ਪ੍ਰੋਬਲਮ ਹੀ ਨਹੀਂ ਹੈਗੀ ਵੀ ਜੇ ਇਹੋ ਜਿਹੇ ਪਾਏ ਐ ਤੇ ਸਾਂਭ ਕੇ ਚੱਲੋ ਤੇ ਕਿੱਡਾ ਵਧੀਆ ਹੋਵੇ। ਜਿਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਮਰਿਆਦਾ ਵਾਲਾ ਬਾਣਾ ਪਾਉਂਦੇ। ਵੇਖੋ ਇਹ ਗੱਲ ਵੱਖਰੀ ਆ ਵੀ ਹਵਾ ਚੱਲ ਗਈ, ਥੋੜੀ ਤੇਜ਼ੀ ਸੀ ਤੇ ਫੁੱਲ ਟੁੱਟ ਗਿਆ, ਪਰ ਜੇ ਮਰਿਆਦਾ ਵਾਲੇ ਬਸਤਰ ਪਾਏ ਜਾਣ ਤੇ ਕਿੰਨਾ ਵਧੀਆ ਜੀ। ਸਾਰੇ ਹੀ ਸੁਖੀ ਨੇ, ਸਾਰੇ ਹੀ ਸੁਖੀ ਨੇ। ਜੇ ਮਰਿਆਦਾ ਵਾਲੇ ਕੱਪੜੇ ਪਾਓ ਨਾ ਤੇ ਸਾਰੇ ਸੁਖੀ ਰਹਿੰਦੇ। ਅੱਤ ਦੀ ਠੰਡ ਹੁੰਦੀ ਹੈ ਤੇ ਭਾਈਆਂ ਨੇ ਕੋਟ ਪਾਏ ਹੁੰਦੇ, ਕੋਟ, ਤੇ ਵਿਆਹਾਂ ਦੇ ਵਿੱਚ ਤੇ ਧਨ ਨੇ ਬੀਬੀਆਂ ਜਿਨ੍ਹਾਂ
ਕੋਟੀ ਤੱਕ ਨਹੀਂ ਪਾਈ ਹੁੰਦੀ ਜੀ, ਕੱਪੜੇ ਸਾਡੇ ਵਿਖਣ ਲੋਕਾਂ ਨੂੰ। ਤੇ ਫਿਰ ਕਹਿੰਦੀਆਂ ਸਾਡੇ ਕੋਲ ਨਹੀਂ ਰੋਟੀ ਪੱਕਦੀ, ਬਾਜ਼ਾਰੋਂ ਲੈ ਆਓ, ਅਸੀਂ ਬਿਮਾਰ ਹੈਗੀਆਂ। ਪਹਿਲਾਂ ਹੀ ਬਸਤਰ ਵਧੀਆ ਪਾਓ, ਕੀ ਲੋੜ ਹੈਗੀ ਹੈ। ਹੁਣ ਸੁਣੋ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਬਾਲਪਨ ਦੀ ਅਵਸਥਾ ਵਿੱਚ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਿਆ ਦਿੱਤੀ ਹੈ ਤੇ ਉਹ ਕੀ ਕਰਦੇ ਹਨ ਅੱਗੋਂ? ਸੁਣੀ ਪਿਤਾਮੇ, ਸੁਣੀ ਪਿਤਾਮੇ ਕੀ ਇਮ ਬਾਣੀ। ਪਿਤਾਮਾ ਕਹਿੰਦੇ ਦਾਦੇ ਨੂੰ, ਜਦੋਂ ਆਪਣੇ ਦਾਦੇ ਦੀ ਇਸ ਤਰ੍ਹਾਂ ਦੀ ਬਾਣੀ ਸੁਣੀ, ਇਹ ਸਿੱਖਿਆ ਸੁਣੀ, ਸ਼੍ਰੀ ਹਰਿ ਰਾਏ ਬੰਦਨਾ ਠਾਨੀ। ਪਹਿਲਾਂ ਤੇ ਹਰਿਰਾਏ ਸਾਹਿਬ ਨੇ ਮੱਥਾ ਟੇਕਿਆ ਜੀ। ਪਹਿਲਾਂ ਕੀ ਕੀਤਾ? ਮੱਥਾ ਟੇਕਿਆ ਜੀ। ਹਾਂਜੀ। ਤੁਰਤ ਸੰਕੋਚਿਓ ਜਾਮਾ ਗਰ ਕੋ। ਉਸੇ ਵੇਲੇ ਹੀ ਉਹ ਜਾਮਾ ਸੰਕੋਚ ਲਿਆ, ਚੋਲਾ ਸੰਕੋਚ ਲਿਆ। ਕਰਿਓ ਸੰਵਾਰਨ ਪਾਏ ਸੋ ਕਰ ਕੋ। ਜਾਮੇ ਨੂੰ ਇਕੱਠਾ ਕਰਕੇ ਹੱਥ ਪਾ ਲਿਆ ਸਾਧ ਸੰਗਤ ਜੀ, ਉਹ ਚੋਲੇ ਨੂੰ ਇਕੱਠਾ ਕਰ ਲਿਆ। ਤਬ ਤੇ ਮਾਨਿਓ ਬਚਨ ਭਲੇ ਹੈ। ਉਸ ਦਿਨ ਤੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਉਹ ਬਚਨ ਚੇਤੇ ਰੱਖਿਆ ਵੀ ਇਹ ਮੰਨ ਲਿਆ ਵੀ ਇਹ ਭਲਾ ਬਚਨ ਹੈ, ਇਹ ਚੰਗਾ ਬਚਨ ਹੈ, ਇਹ ਵਧੀਆ ਗੱਲ ਹੈਗੀ ਹੈ। ਹਾਂਜੀ। ਜਬ ਲਓ ਜੀਏ ਨਾ ਸ਼ੋਰ ਚਲੇ ਹੈ। ਆਖੋ ਗੱਜ ਕੇ ਵਾਹਿਗੁਰੂ ਵਾਹਿਗੁਰੂ। ਤੇ ਜਿੰਨਾ ਚਿਰ ਤੱਕ ਫਿਰ ਗੁਰੂ ਹਰਿਰਾਏ ਸਾਹਿਬ ਜੀ ਸਰੀਰ ਕਰਕੇ ਰਹੇ, ਸਾਧ ਸੰਗਤ ਜੀ ਚੋਲਾ ਫੜ ਕੇ ਹੀ ਤੁਰਦੇ ਰਹੇ ਮਹਾਰਾਜ। ਇਹੋ ਜੀ ਥਾਂ ਤੇ ਤਾਂ ਸਿੱਖਿਆ ਵਾਲੀ ਗੱਲ ਕਰਨ ਦਾ ਵੀ ਸਵਾਦ ਆਉਂਦਾ ਹੈ। ਜਿੰਨਾ ਚਿਰ ਤੱਕ ਰਹੇ ਚੋਲਾ ਫੜ ਕੇ ਤੁਰਦੇ ਰਹੇ। ਸੋ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਅਗਲੀ ਦੋ ਪੰਕਤੀਆਂ ਪੜ੍ਹਦੇ। ਛਤ ਪਾਲਨ ਕੋ ਜਾਮਾ ਪਾਵੈ, ਚੱਲਨ ਸਮੇਂ ਕਰਤੇ ਸੁਖ ਚਾਵੈ। 100 ਕਲੀਆਂ ਵਾਲਾ ਚੋਲਾ ਪਾਉਂਦੇ ਸਨ, ਪਰ ਚੱਲਣ ਲੱਗਿਆਂ ਸੰਕੋਚ ਲੈਂਦੇ ਸਨ। ਸੀਖ ਪਿਤਾਮੇ ਕੀ ਨਾ ਵਿਸਾਰੀ। ਕਦੀ ਆਪ ਦੇ ਦਾਦੇ ਦੀ ਸਿੱਖਿਆ ਜਿਹੜੀ ਹੈ ਉਹਨੂੰ ਭੁਲਾਇਆ ਨਹੀਂ। ਆਖੋ ਵਾਹਿਗੁਰੂ। ਦਾਦੇ ਦੀ ਸਿੱਖਿਆ ਨੂੰ ਨਹੀਂ ਭੁਲਾਇਆ। ਸ਼੍ਰੀ ਹਰਿ ਰਾਏ ਪ੍ਰਤੱਗਿਆ ਧਾਰੀ। ਪ੍ਰਤਿਗਿਆ ਹੀ ਧਾਰਨ ਕਰ ਲਈ ਵੀ ਅੱਜ ਤੋਂ ਬਾਅਦ ਜੇ ਜਾਮਾ ਵੱਡਾ ਪਾਇਆ ਤੇ ਜਾਮਾ ਸੰਕੋਚ ਕੇ ਵੀ ਚੱਲਣਾ ਹੈ। ਇਸ ਜਾਮੇ ਨੂੰ ਸੰਕੋਚ ਕੇ ਚੱਲਣਾ ਹੈ, ਇਹ ਪ੍ਰਤਿਗਿਆ ਧਾਰਨ ਕੀਤੀ। ਸੋ ਗਰੀਬ ਨਵਾਜ ਕਿਰਪਾ ਕਰਨ। ਅਗਲਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਪਿਆਰ ਨਾਲ ਸਾਰੇ ਕਹੋ ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ।
ਵਾਹਿਗੁਰੂ 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 ਸੱਚੇ ਪਾਤਸ਼ਾਹ ਕਿਰਪਾ ਕਰਨ, ਸ਼ੁਭ ਸਿੱਖਿਆ ਸਾਡੇ ਜੀਵਨ ਦਾ ਅੰਗ ਬਣੇ, ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਜਣ